ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਬਾਬਰ ਦੇ ਨਾਲ ਮੁਲਾਕਾਤ ਹੋਈ, ਜਿੱਥੇ ਅਹਿਮਦਾਬਾਦ ਦੇ ਰਹਿਣ ਵਾਲੇ ਨਰ ਨਾਰੀ ਇਸਤਰੀ ਪੁਰਸ਼ਾਂ ਨੂੰ ਬੰਦੀ ਬਣਾਇਆ ਗਿਆ, ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਵੀ ਬੰਦੀ ਬਣਾਇਆ ਗਿਆ। ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਕੇ ਬਾਬਰ ਨੂੰ ਸੁਣਾਇਆ, ਉਹਦੇ ਅਰਥ ਵੀ ਸਮਝਾਏ ਜੋ ਕੱਲ੍ਹ ਦੇ ਦੀਵਾਨਾਂ ਵਿੱਚ ਆਪ ਜੀ ਨੇ ਸਰਵਨ ਕੀਤੇ ਸਨ। ਜਦੋਂ ਗੁਰੂ ਮਹਾਰਾਜ ਨੇ ਸ਼ਬਦ ਔਰ ਸ਼ਬਦ ਦੇ ਨਾਲ ਇਹਦੇ ਅਰਥ ਬਾਬਰ ਨੂੰ ਸਮਝਾਏ ਨੇ, ਬਾਬੇ ਨਾਨਕ ਜੀ ਦੀ ਰਸਨਾ ਤੋਂ ਜਦੋਂ ਅਰਥ ਸੁਣੇ ਤੇ ਬਾਬਰ ਨੂੰ ਫਿਰ ਗੱਲ ਸਮਝ ਵਿੱਚ ਆਈ ਹੈ। ਅਗਲੇਰੇ ਇਤਿਹਾਸ ਵਿੱਚ ਕਵੀ ਜੀ ਕੀ ਜ਼ਿਕਰ ਕਰਦੇ ਹਨ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਨ ਕਰੀਏ ਜੀ। ਸੁਣ ਬਾਬਰ ਸ਼੍ਰੀ ਮੁਖ ਤੇ ਬਾਣੀ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮੁੱਖ ਰਸਨਾ ਤੋਂ ਬਾਬਰ ਨੇ ਬਾਣੀ, ਪਾਵਨ ਸ਼ਬਦ ਔਰ ਸ਼ਬਦ ਦੀ ਵਿਚਾਰ ਨੂੰ ਸੁਣਿਆ ਹੈ, ਸ਼ਰਧਾ ਅਧਿਕ ਹਿਰਦੈ ਮਹਿ ਠਾਨੀ। ਇਹਦੇ ਮਨ ਦੇ ਵਿੱਚ ਸ਼ਰਧਾ ਗੁਰੂ ਸਾਹਿਬ ਜੀ ਦੇ ਪ੍ਰਤੀ ਪੈਦਾ ਹੋਈ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਦਾ ਆਚਰਣ, ਇਹਦਾ ਚਰਿੱਤਰ ਇਹਨੂੰ ਦਿਖਾ ਦਿੱਤਾ ਕਿ ਬਾਬਰ ਤੇਰਾ ਅਧਿਆਤਮਿਕ ਜੀਵਨ ਕੀ ਹੈ, ਤੇਰਾ ਮਾਨਸਿਕ ਮੰਡਲ ਕਿਸ ਤਰ੍ਹਾਂ ਦਾ ਹੈ। ਸਤਿਗੁਰੂ ਮਹਾਰਾਜ ਜੀ ਨੇ ਜਦੋਂ ਇਹ ਸਮਝਾਇਆ, ਸ਼ਰਧਾ ਅਧਿਕ ਹਿਰਦੈ ਮਹਿ ਠਾਨੀ, ਬਾਬਰ ਦੇ ਹਿਰਦੇ ਵਿੱਚ ਗੁਰੂ ਸਾਹਿਬ ਪ੍ਰਤੀ ਸ਼ਰਧਾ ਅੰਦਰ ਬਣੀ ਹੈ। ਕਲਾਵਾਨ ਮਨ ਲਖੇ ਵਿਸਾਲਾ। ਔਰ ਬਾਬਰ ਨੇ ਇਹ ਸਮਝ ਲਿਆ ਕਿ ਇਹ ਬਹੁਤ ਵੱਡੇ ਕਲਾਵਾਨ ਨੇ, ਇਹ ਬਹੁਤ ਵੱਡੀਆਂ ਤਾਕਤਾਂ ਦੇ ਮਾਲਕ ਹਨ। ਬੰਧਨ ਕਰ ਬੋਲਿਓ ਦੇਹ ਕਾਲਾ। ਉਸੇ ਵੇਲੇ ਹੱਥ ਜੋੜ ਕੇ ਬਾਬਰ ਬਾਬੇ ਨਾਨਕ ਜੀ ਅੱਗੇ ਇਸ ਤਰ੍ਹਾਂ ਆਖਦਾ ਹੈ, ਕਰਾਮਾਤ ਮੁਝ ਕੋ ਦਿਖਲਾਵੋ। ਕਹਿਣ ਲੱਗਾ ਵੀ ਮੈਨੂੰ ਸਮਝ ਆ ਗਈ ਕਿ ਤੁਸੀਂ ਬਹੁਤ ਵੱਡੇ ਕਲਾਵਾਨ ਹੋ, ਤੇ ਮੈਂ ਚਾਹੁੰਦਾ ਵੀ ਮੈਨੂੰ ਤੁਸੀਂ ਕੋਈ ਕਰਾਮਾਤ ਦਿਖਾਓ ਤਾਂ ਕਿ ਮੇਰਾ ਭਰੋਸਾ ਹੋਰ ਪੱਕਾ ਹੋ ਜਾਏ, ਮੇਰੇ ਅੰਦਰ ਭਾਵਨਾ ਤੁਹਾਡੇ ਪ੍ਰਤੀ ਹੋਰ ਵੱਧ ਜਾਏ। ਮੈਨੂੰ ਕੋਈ ਕਰਾਮਾਤ ਜਿਹੜੀ ਆ ਉਹ ਦਿਖਾਉਣਾ ਕਰੋ। ਕਿਤਿਕ ਸ਼ਕਤ ਹੈ ਸਰਬ ਬਤਾਵੋ। ਤੁਹਾਡੇ ਵਿੱਚ ਕਿੰਨੀ ਪਾਵਰ ਹੈ, ਤੁਹਾਡੇ ਵਿੱਚ ਕਿੰਨੀ ਸ਼ਕਤੀ ਹੈ, ਕਿੰਨੀ ਤਾਕਤਾਂ ਦੇ ਤੁਸੀਂ ਮਾਲਕ ਹੋ, ਮੈਨੂੰ ਦਿਖਾਉਣਾ ਕਰੋ। ਤੁਮ ਖੁਦਾਏ ਕੇ ਅਧਿਕ ਪਿਆਰੇ। ਤੁਸੀਂ ਖੁਦਾ ਦੇ ਪਿਆਰੇ ਹੋ ਕਿ ਆਪ ਹੀ ਖੁਦਾ ਹੋ। ਇਹ ਬਾਬਰ ਕਹਿ ਰਿਹਾ ਗੁਰੂ ਨਾਨਕ ਸਾਹਿਬ ਨੂੰ ਕਿ ਤੁਸੀਂ ਆਪ ਹੀ ਖੁਦਾ ਹੋ ਜਾਂ ਖੁਦਾ ਦੇ ਰੱਬ ਦੇ ਪਿਆਰੇ ਹੋ। ਕਿਤੋਂ ਖੁਦਾਏ ਆਪ ਤਨ ਧਾਰੇ। ਕਿਤੇ ਖੁਦਾ ਨੇ, ਰੱਬ ਨੇ ਆਪ ਤਨ ਹੀ ਧਾਰਿਆ ਵੀ ਮੈਨੂੰ ਹੁਣ ਇਹ ਤੁਸੀਂ ਹੀ ਦੱਸਣਾ ਹੈ। ਸੁਣ ਕਰ ਬੋਲੇ ਕਿਰਪਾ ਸਹਿਤ ਹੈ। ਜਦੋਂ ਬਾਬਰ ਕੋਲੋਂ ਇਹ ਗੱਲਾਂ ਸੁਣੀਆਂ, ਅੱਗੋਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬੋਲੇ ਹਨ, ਕਰਾਮਾਤ ਕੋ ਕਹਿਰ ਕਹਿਤ ਹੈ। ਸਾਹਿਬ ਜੀ ਕਹਿੰਦੇ ਜਿਸ ਮਾਰਗ ਤੇ ਅਸੀਂ ਤੁਰੇ ਹਾਂ ਨਾ, ਇਸ ਮਾਰਗ ਤੇ ਕਰਾਮਾਤ ਨੂੰ ਕਹਿਰ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਮਾਰਗ ਦੇ ਵਿੱਚ ਕੋਈ ਕਰਾਮਾਤ ਨਹੀਂ ਹੈ, ਕੋਈ ਨਾ ਕਰਾਮਾਤ ਦਿਖਾਈ ਹੈ ਤੇ ਨਾ ਕੋਈ ਕਰਾਮਾਤ ਦਿਖਾਈ ਜਾਂਦੀ ਹੈ। ਇੱਥੇ ਤਾਂ ਵਾਹਿਗੁਰੂ ਜੀ ਦੇ ਬਾਣੀ ਵਿੱਚ ਚੱਲਣਾ ਸਿਖਾਇਆ ਜਾਂਦਾ ਹੈ, ਇੱਥੇ ਵਾਹਿਗੁਰੂ ਦੇ ਹੁਕਮ ਵਿੱਚ ਚੱਲਣਾ ਸਿਖਾਇਆ ਜਾਂਦਾ ਹੈ ਵੀ ਜੀਵਨ ਵਿੱਚ ਦੁੱਖ ਆਵੇ, ਸੁੱਖ ਆਵੇ, ਸਮਾਂ ਜਿੱਦਾਂ ਦਾ ਮਰਜ਼ੀ ਆਵੇ, ਅਸੀਂ ਉਹਦੇ ਬਾਣੀ 'ਚ, ਉਹਦੇ ਹੁਕਮ ਵਿੱਚ ਚੱਲਣਾ ਹੈ। ਜਿਉਂ ਜਿਉਂ ਤੇਰਾ ਹੁਕਮ ਤੇਵੈ ਤਿਉਂ ਹੋਵਣਾ, ਜਾਂ ਜਾਂ ਰੱਖੇ ਆਪ ਤੈਂ ਜਾਈ ਖੜੋਵਣਾ। ਇਸ ਲਈ ਮਹਾਰਾਜ ਕਹਿੰਦੇ ਸਾਡੇ ਕੋਲ ਕੋਈ ਕਰਾਮਾਤ ਨਹੀਂ, ਅਸੀਂ ਕਰਾਮਾਤਾਂ ਨਹੀਂ ਦਿਖਾਉਂਦੇ, ਅਸੀਂ ਉਸ ਅਕਾਲ ਪੁਰਖ ਦੇ ਬਾਣੀ 'ਚ, ਉਹਦੇ ਹੁਕਮ, ਉਹਦੀ ਰਜ਼ਾ ਵਿੱਚ ਤੁਰਦੇ ਹਾਂ। ਜਿਸ ਮਾਰਗ ਤੇ ਤੁਰਦੇ ਹਾਂ ਉੱਥੇ ਕਰਾਮਾਤ ਨੂੰ ਕਹਿਰ ਦਾ ਨਾਮ ਦਿੱਤਾ ਹੈ। ਜਾਂਚ ਲਿਓ ਜੋ ਹੋਵੇ ਚਿਤ ਚਾਹੀ। ਹਾਂ, ਜੋ ਤੂੰ ਤੇਰੇ ਚਿੱਤ ਵਿੱਚ ਹੈ ਬਾਬਰ, ਤੂੰ ਉਹ ਮੰਗ ਲੈ, ਜੋ ਤੂੰ ਮੰਗੇਗਾ ਉਹ ਤੈਨੂੰ ਅਸੀਂ ਜ਼ਰੂਰ ਦਿਵਾਵਾਂਗੇ। ਇਸ ਤੇਰੇ ਕਰ ਮਨ ਡੋਲੋ ਨਹੀਂ। ਤੂੰ ਆਪਣਾ ਮਨ ਡੋਲ ਨਾ, ਆਪਣੇ ਮਨ ਨੂੰ ਡੁਲਾ ਨਾ, ਕਰਾਮਾਤਾਂ ਦੇ ਚੱਕਰਾਂ ਦੇ ਵਿੱਚ ਨਾ ਪੈ। ਧਿਆਨ ਰੱਖਿਓ, ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਵਿੱਚ ਚੱਲਦਾ ਨਾ, ਉਹ ਰਿੱਧੀਆਂ ਸਿੱਧੀਆਂ ਮਗਰ ਨਹੀਂ ਚੱਲਦਾ, ਉਹ ਕਰਾਮਾਤੀਆਂ ਦੇ ਮਗਰ ਨਹੀਂ ਚੱਲਦਾ, ਉਹ ਸਿਰਫ ਅਕਾਲ ਪੁਰਖ ਦੇ ਹੁਕਮ ਵਿੱਚ ਚੱਲਦਾ ਹੈ। ਤੇ ਜਿਹੜਾ ਰਿੱਧੀਆਂ ਸਿੱਧੀਆਂ ਦੇ ਮਾਰਗ ਤੇ ਤੁਰਦਾ ਹੈ, ਮਹਾਰਾਜ ਕਹਿੰਦੇ ਇਹ ਰਸਤੇ ਹੋਰ ਨੇ, ਇਹ ਸਵਾਦ ਹੋਰ ਨੇ, ਇਹ ਗੁਰਮਤ ਦੇ ਰਾਹ ਵਿੱਚ ਨਹੀਂ ਆਉਂਦੇ। ਰਿੱਧ ਸਿੱਧ ਅਵਰਾ ਸਾਧ, ਇਹ ਹੋਰਾਂ ਦੇ ਸਵਾਦ ਨੇ, ਇਹ ਗੁਰਮੁਖਾਂ ਦੇ ਸਵਾਦ ਨਹੀਂ। ਕਰਾਮਾਤੀਆਂ ਦੇ ਕੋਲ ਜਾਣਾ ਇਹ ਮਨਮੁਖਾਂ ਦਾ ਕੰਮ ਹੈ, ਗੁਰਮੁਖਾਂ ਦਾ ਨਹੀਂ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਬਰ ਨੂੰ ਕਹਿੰਦੇ ਆ ਵੀ ਤੂੰ ਐਵੇਂ ਆਪਣਾ ਮਨ ਨਾ ਡੁਲਾ, ਇਹ ਕਰਾਮਾਤਾਂ ਵੇਖਣੀਆਂ ਛੱਡ, ਜੋ ਤੂੰ ਚਾਹੁੰਦਾ ਹੈ ਉਹ ਮੰਗ, ਜੋ ਤੂੰ ਮੰਗੇਗਾ ਉਹ ਤੈਨੂੰ ਮਿਲ ਜਾਵੇਗਾ। ਬਾਬਰ ਕੇਰ ਹੁਤੋਬਟ ਪਾਗਾ। ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਆਪ ਇਹਨੂੰ ਕਿਹਾ ਕਿ ਤੂੰ ਦੱਸ ਕੀ ਤੈਨੂੰ ਚਾਹੀਦਾ ਹੈ, ਤੂੰ ਮੰਗ, ਤੈਨੂੰ ਦੇ ਦੇਵਾਂਗੇ। ਇਹਦਾ ਮਤਲਬ ਕਿ ਇਹਦੇ ਭਾਗ ਚੰਗੇ ਨੇ, ਵੀ ਗੁਰੂ ਸਾਹਿਬ ਆਪ ਇਹਨੂੰ ਕਹਿ ਰਹੇ ਆ ਕਿ ਤੂੰ ਮੰਗ। ਇਸ ਲਈ ਕਵੀ ਜੀ ਨੇ ਆਖਿਆ ਵੀ ਇਹਦੇ ਭਾਗ ਚੰਗੇ ਹਨ। ਸੁਣ ਕੇ ਬਚਨ ਚਰਨ ਅਨੁਰਾਗਾ। ਜਦੋਂ ਇਹ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਲੋਂ ਸੁਣੇ, ਧਿਆਨ ਦਿਓ, ਜਦੋਂ ਇਹ ਬਚਨ ਗੁਰੂ ਨਾਨਕ ਜੀ ਕੋਲੋਂ ਸੁਣੇ ਨੇ ਕਿ ਤੂੰ ਕਰਾਮਾਤਾਂ ਨੂੰ ਛੱਡ, ਜੋ ਤੂੰ ਮੰਗਣਾ ਚਾਹੁੰਦਾ ਹੈ ਤੂੰ ਉਹ ਮੰਗ, ਤੈਨੂੰ ਮਿਲ ਜਾਏਗਾ। ਇਹ ਸੁਣ ਕੇ ਕਹਿੰਦੇ ਇਹਦੇ ਅੰਦਰ ਗੁਰੂ ਸਾਹਿਬ ਪ੍ਰਤੀ ਪ੍ਰੇਮ ਪੈਦਾ ਹੋਇਆ ਹੈ। ਪ੍ਰੇਮ ਖੁਦਾਏ ਮਗਨ ਮਨ ਜਾਣੀ। ਇਹਨੇ ਜਾਣਿਆ ਵੀ ਇਹ ਕੋਈ ਫਕੀਰ ਹੈ, ਇਹ ਕੋਈ ਰੱਬ ਦਾ ਬੰਦਾ ਹੈ, ਔਰ ਇਹ ਉਸ ਰੱਬ ਦੇ ਪ੍ਰੇਮ ਵਿੱਚ ਮਗਨ ਹੋਇਆ ਹੋਇਆ। ਧਿਆਨ ਦੇ ਕੇ ਸੁਣਿਓ, ਜਿਹੜੇ ਸਿੱਧ ਜੋਗੀ ਨੇ ਇਹ ਵੀ ਨਸ਼ੇ ਦਾ ਪਿਆਲਾ ਪੀ ਕੇ ਤੇ ਕਹਿੰਦੇ ਸਾਡੀ ਸੁਰਤ ਜੁੜਦੀ ਹੈ। ਇਹਨੂੰ ਵੀ ਇਹੀ ਭੁਲੇਖਾ ਵੀ ਜਿਹੜੇ ਫਕੀਰ ਹੁੰਦੇ ਨੇ ਇਹ ਉਸ ਮਾਲਕ ਦੇ ਪ੍ਰੇਮ ਵਿੱਚ ਮਗਨ ਰਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਨੂੰ ਵੀ ਇਸੇ ਤਰ੍ਹਾਂ ਸਮਝਿਆ ਹੈ। ਜਾਂ ਤੇ ਭੇਟ ਭਾਗ ਕੀ ਆਨੀ। ਇਹਨੇ ਕੀ ਕੀਤਾ, ਇੱਕ ਪਿਆਲਾ ਨਾ ਭੰਗ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਅੱਗੇ ਮੰਗਵਾ ਕੇ ਰੱਖ ਦਿੱਤਾ। ਇਹਨੇ ਸੋਚਿਆ ਵੀ ਇਹ ਮਸਤੀ ਵਿੱਚ ਰਹਿਣ ਵਾਲੇ, ਮਗਨ ਰਹਿਣ ਵਾਲੇ ਨੇ, ਤੇ ਕੀ ਪਤਾ ਇਹੋ ਜਿਹਾ ਨਸ਼ਾ ਕਰਦੇ ਹੋਣ। ਪਹਿਲੀ ਗੱਲ, ਗੁਰੂ ਸਾਹਿਬ ਮਹਾਰਾਜ ਦੇ ਘਰ ਦੇ ਵਿੱਚ ਸਾਨੂੰ ਇੱਕੋ ਹੀ ਨਸ਼ਾ ਦੱਸਿਆ, ਉਹ ਹੈ ਪ੍ਰੇਮ ਦਾ। ਅਸੀਂ ਵਾਹਿਗੁਰੂ ਜੀ ਦੇ ਨਾਲ ਸੱਚੀ ਪ੍ਰੀਤ ਪਾਉਣੀ ਹੈ, ਅਸੀਂ ਵਾਹਿਗੁਰੂ ਨਾਲ ਸੱਚਾ ਪ੍ਰੇਮ ਪਾਉਣਾ ਹੈ। ਸਾਨੂੰ ਹੰਕਾਰ ਦੇ ਨਸ਼ੇ ਚੋਂ ਕੱਢਿਆ, ਸਾਨੂੰ ਵਿਕਾਰਾਂ ਦੇ ਨਸ਼ੇ ਵਿੱਚੋਂ ਮਹਾਰਾਜ ਨੇ ਮੁਕਤ ਕਰਵਾਇਆ ਹੈ। ਇੱਥੇ ਇਹਨੇ ਸੋਚਿਆ ਵੀ ਇਹ ਮਸਤ ਰਹਿਣ ਵਾਲੇ ਫਕੀਰ ਨੇ, ਇਹਨਾਂ ਨੂੰ ਮੈਂ ਭੰਗ ਦਾ ਪਿਆਲਾ ਦੇ ਦੇਣਾ, ਇਹ ਪੀ ਕੇ ਹੋਰ ਮਸਤ ਹੋ ਜਾਣਗੇ। ਬੜੇ ਧਿਆਨ ਨਾਲ ਇੱਕ ਗੱਲ ਨੂੰ ਸੁਣਨਾ। ਇਹਨੇ ਲਿਆ ਕੇ ਜਿਹੜੀ ਭੰਗ ਸੀ ਉਹਦਾ ਪਿਆਲਾ ਗੁਰੂ ਸਾਹਿਬ ਅੱਗੇ ਰੱਖ ਦਿੱਤਾ। ਬੇਪਰਵਾਹ ਲਖੇ ਦਰਵੇਸ਼ਾ। ਇਹਨੇ ਸੋਚਿਆ ਵੀ ਇਹ ਦਰਵੇਸ਼ ਭਾਵ ਫਕੀਰ ਹੈ, ਮਸਤੀ ਵਿੱਚ ਰਹਿਣ ਵਾਲਾ, ਹੋਰ ਮਸਤੀ ਚੜ ਜਾਏਗੀ। ਇਹ ਬੇਪਰਵਾਹ ਹੈ, ਕਿਸੇ ਦੀ ਪਰਵਾਹ ਨਹੀਂ ਕਰਦਾ। ਦਰਬ ਲੋਭ ਜਿਨ ਕੇ ਨ ਹਲੇਸ਼ਾ। ਇਹਨਾਂ ਨੂੰ ਕਿਸੇ ਦਰਬ ਦਾ, ਧਨ ਪਦਾਰਥਾਂ ਦਾ ਲੋਭ ਤਾਂ ਹੈ ਨਹੀਂ ਵੀ ਮੈਂ ਧਨ ਪਦਾਰਥ ਦੇ ਦਿਆਂ। ਇਹ ਕੁਮਾਰੀ ਵਿੱਚ ਰਹਿਣ ਵਾਲੇ, ਮਸਤੀ ਵਿੱਚ ਰਹਿਣ ਵਾਲੇ ਦਰਵੇਸ਼ ਨੇ, ਇਸ ਲਈ ਭੰਗ ਦਾ ਪਿਆਲਾ ਅੱਗੇ ਰੱਖ ਦਿੱਤਾ। ਤਰੀ ਗੁਰੂ ਕੈ ਜਬੇ ਅਗਾਰੀ। ਜਦੋਂ ਇਹਨੇ ਅੱਗੇ ਰੱਖੀ ਨਾ ਗੁਰੂ ਸਾਹਿਬ ਦੇ ਅੱਗੇ, ਤੇ ਮਹਾਰਾਜ ਨੇ ਪੁੱਛਿਆ ਇਹ ਕੀ ਹੈ? ਕਹਿਣ ਲੱਗੇ ਭੰਗ ਹੈ, ਇਹਨੂੰ ਪੀਓਗੇ ਤੇ ਨਸ਼ਾ ਹੋਏਗਾ, ਕੁਮਾਰੀ ਬਣੇਗੀ, ਸੁਰਤ ਲੱਗੇਗੀ।
ਸਾਹਿਬ ਜੀ ਨੇ ਆਖਿਆ ਵੀ ਕਿੰਨਾ ਕੁ ਸਮਾਂ, ਕਹਿੰਦੇ 2-4 ਘੜੀਆਂ ਰਹੇਗਾ ਫਿਰ ਹੋਰ ਪੀ ਲੈਣਾ। ਪਰ ਮਹਾਰਾਜ ਕਹਿੰਦੇ ਨਹੀਂ, ਸਾਨੂੰ ਤੇਰੀ ਇਸ ਭੰਗ ਦੇ ਪਿਆਲੇ ਦੀ ਲੋੜ ਨਹੀਂ। ਇੱਕ ਹੋਰ ਬੇਨਤੀ ਕਰਕੇ ਚੱਲਾਂ, ਇੱਥੇ ਸ਼ਬਦ ਉਚਾਰਨਾ ਹੈ, ਉਹ ਬੜੇ ਧਿਆਨ ਨਾਲ ਸੁਣਿਓ। ਪਰ ਇਸ ਤੋਂ ਪਹਿਲਾਂ ਕਬੀਰ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਬਾਣੀ ਵਿੱਚ। ਜਦੋਂ ਅਸੀਂ ਪਾਵਨ ਸ਼ਲੋਕ ਪੜ੍ਹਦੇ ਹਾਂ ਤੇ 233 ਨੰਬਰ ਸ਼ਲੋਕ ਹੈ, ਕਬੀਰ ਭੰਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ। ਭੰਗ ਸੁਰਾ ਸ਼ਰਾਬ ਨੂੰ ਕਹਿੰਦੇ ਆ। ਕਹਿਣ ਲੱਗੇ ਭੰਗ ਮਾਛਲੀ ਜੋ ਮਾਸ ਖਾਣ ਵਾਲੇ ਨੇ। ਕਈ ਕਹਿੰਦੇ ਜੀ ਇਕੱਲਾ ਇੱਥੇ ਮੱਛਲੀ ਦਾ ਜ਼ਿਕਰ ਕੀਤਾ, ਹੋਰ ਨਹੀਂ ਕੀਤਾ। ਇਹ ਤਾਂ ਸਾਡੇ ਇੱਕ ਖਾਣ ਦੇ ਢੰਗ ਨੇ, ਬਹਾਨੇ ਲੱਭਦੇ ਆ ਵੀ ਕਿਸੇ ਨਾ ਕਿਸੇ ਤਰੀਕੇ ਸਾਨੂੰ ਖਾਣ ਨੂੰ ਕੋਈ ਬਹਾਨਾ ਮਿਲ ਜਾਏ। ਪਰ ਮਹਾਰਾਜ ਨੇ ਸਿੱਧੀ ਗੱਲ ਆਖੀ ਆ ਕਿ ਜਿਸ ਦੇ ਜੀਵ ਦੇ ਹੱਤਿਆ ਕਰਨ ਨਾਲ ਤੂੰ ਆਪਣੀ ਜੀਵ ਦਾ ਸਵਾਦ ਬਣਾਉਣਾ ਹੈ, ਉਹਦੀ ਹੱਤਿਆ ਦਾ ਪਾਪ ਵੀ ਤਾਂ ਤੈਨੂੰ ਲੱਗਣਾ ਹੈ। ਜਿਹਦੇ ਤੂੰ ਆਪਣੀ ਜੀਵ ਦੇ ਸਵਾਦ ਲਈ ਜਿਹਦੀ ਗਰਦਨ ਤੇ ਛੁਰੀ ਚਲਾ ਰਿਹਾ ਹੈ, ਉਹਨੂੰ ਪਕਾ ਕੇ ਖਾ ਰਿਹਾ ਤੇ ਉਹਦਾ ਹਿਸਾਬ ਵੀ ਤਾਂ ਤੈਨੂੰ ਲੇਖਾ ਦੇਣਾ ਪੈਣਾ ਹੈ। ਪਰ ਬੰਦਾ ਸੋਚਦਾ ਨਹੀਂ। ਜਾਂ ਮਹਾਰਾਜ ਨੇ ਆਖਿਆ ਜਿਤ ਖਾਦਾ ਤਨ ਪੀੜੀਆ ਮਨ ਮੈਂ ਚਲੇ ਬੇਕਾਰ। ਜਿਹਦੇ ਖਾਣ ਨਾਲ ਤਨ ਪੀੜਿਆ, ਦੁੱਖਾਂ ਨਾਲ ਜਾਵੇ, ਰੋਗਾਂ ਨਾਲ ਪੀੜਿਆ ਜਾਵੇ, ਸਾਨੂੰ ਉਹ ਖਾਣਾ ਹੀ ਨਹੀਂ ਚਾਹੀਦਾ। ਪਰ ਜਿਨ੍ਹਾਂ ਨੇ ਖਾਣਾ ਉਹ ਬਹਾਨੇ ਲੱਭਦੇ ਆ। ਗੱਲ ਤਾਂ ਮਾਸ ਦੀ ਹੈ, ਭਾਵੇਂ ਉੱਥੇ ਮਾਛਲੀ ਲਿਖਿਆ ਹੈ, ਪਰ ਗੱਲ ਤਾਂ ਮਾਸ ਹੀ ਹੈ ਨਾ। ਕਬੀਰ ਭੰਗ ਮਾਛਲੀ ਸੁਰਾ ਪਾਨ, ਜਿਹੜਾ ਪਾਨ ਜਿਹੜੇ ਖਾਂਦੇ ਆ, ਸੁਰਾ ਸ਼ਰਾਬ, ਜੋ ਜੋ ਪ੍ਰਾਣੀ ਖਾਏ ਤੀਰਥ ਵਰਤ ਨੇਮ ਕੀਏ ਸਭੇ ਰਸਾਤਲ ਜਾਏ। ਕਬੀਰ ਜੀ ਦਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਤੀਰਥ ਵਰਤ ਨੇਮ ਕੀਏ, ਤੀਰਥਾਂ ਤੇ ਜਾਏ, ਵਰਤ ਆਦਿਕ ਰੱਖ ਲਏ, ਨੇਮ ਨਿਭਾ ਲਏ, ਧਰਮ ਦੇ ਕਰਮ ਕਰ ਲਏ, ਸਾਰੇ ਦੇ ਸਾਰੇ ਹੀ ਬੇਕਾਰ ਨੇ। ਜੇ ਤੁਸੀਂ ਕਹੋ ਵੀ ਮੈਂ ਪਾਠ ਵੀ ਕਰ ਲਵਾਂ ਤੇ ਮੈਂ ਮਾਸ ਦੇ ਟੁਕੜੇ ਵੀ ਖਾ ਲਵਾਂ, ਜੇ ਤੁਸੀਂ ਕਹੋ ਵੀ ਮੈਂ ਸਵੇਰੇ ਉੱਠ ਕੇ ਪਾਠ ਵੀ ਕਰ ਲਾਂ, ਰੱਬ ਦਾ ਨਾਮ ਵੀ ਲੈ ਲਵਾਂ ਤੇ ਸ਼ਾਮ ਨੂੰ ਮੈਂ ਨਸ਼ਾ ਭਰ ਕੇ ਵੀ ਪੀ ਲਵਾਂ, ਮਹਾਰਾਜ ਕਹਿੰਦੇ ਫਿਰ ਤੂੰ ਕੀਤੇ ਕਰਾਏ ਤੇ ਪਾਣੀ ਆਪ ਹੀ ਫੇਰੀ ਜਾਂਦਾ। ਤੂੰ ਆਪ ਹੀ ਆਪਣੇ ਪੈਰ ਤੇ ਕੁਹਾੜਾ ਮਾਰੀ ਜਾਂਦਾ। ਇੱਕ ਪਾਸੇ ਮਿਹਨਤ ਕਰ ਰਿਹਾ, ਦੂਜੇ ਪਾਸੇ ਆਪਣੀ ਮਿਹਨਤ ਤੇ ਪਾਣੀ ਆਪ ਹੀ ਫੇਰੀ ਜਾਂਦਾ। ਤੀਰਥ ਵਰਤ ਨੇਮ ਕੀਏ ਸਭੇ ਰਸਾਤਲ ਜਾਏ, ਸਭ ਨਾਸ਼ ਹੋ ਜਾਣਗੇ ਜੇ ਤੂੰ ਆਹ ਵਾਲੇ ਕਰਮ ਕੀਤੇ ਤਾਂ। ਹੁਣ ਗੁਰੂ ਮਹਾਰਾਜ ਅੱਗੇ ਜਦੋਂ ਇਹਨੇ ਲਿਆ ਕੇ ਭੰਗ ਦਾ ਪਿਆਲਾ ਰੱਖਿਆ, ਸਤਿਗੁਰੂ ਮਹਾਰਾਜ ਜੀ ਨੇ ਫਿਰ ਉਸ ਵੇਲੇ ਦੇਹ ਬਿਲੋਕ ਕਹਿ ਗਿਰਾ ਉਚਾਰੀ। ਸਾਹਿਬ ਜੀ ਨੇ ਬਾਬਰ ਨੂੰ ਸਮਝਾਉਣ ਵਾਸਤੇ ਇਹ ਪਾਵਨ ਸ਼ਬਦ ਉਚਾਰਿਆ ਹੈ। ਤਿਲੰਗ ਮਹੱਲਾ ਪਹਿਲਾ ਕਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਤਿਲੰਗ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸੁਭਾਈਮਾਨ ਹੈ ਸ਼ਬਦ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਦੂਸਰੇ ਘਰ ਵਿੱਚ। ਇਹ ਸ਼ਬਦ ਦਾ ਮਨੋਰਥ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਅਸੀਂ ਮਿਲਣਾ ਹੈ। ਅਸੀਂ ਉਸ ਵਾਹਿਗੁਰੂ ਜੀ ਤੋਂ ਵਿਛੜੇ ਹੋਏ ਹਾਂ ਤੇ ਜੇ ਸਾਨੂੰ ਵਿਛੜਿਆਂ ਨੂੰ ਕੋਈ ਵਾਹਿਗੁਰੂ ਨਾਲ ਮਿਲਾ ਸਕਦਾ ਹੈ, ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਦੇ ਦੁਆਰਾ, ਸਤਿਗੁਰੂ ਦੀ ਰਹਿਮਤ ਨਾਲ ਹੀ ਵਿਛੜਿਆਂ ਨੂੰ ਮੇਲ ਹੋ ਸਕਦਾ ਹੈ। ਜੈਸਾ ਸਤਿਗੁਰੂ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆਂ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ। ਹਰ ਨਾਮੋ ਮੰਤਰ ਦੜਾਈਂਦਾ ਕੱਟੇ ਹੋਵੇਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਪਰ ਇਹ ਨਸ਼ੇ ਕਰਕੇ ਸੰਜੋਗ ਨਹੀਂ ਹੋਣਾ। ਤਰ੍ਹਾਂ ਤਰ੍ਹਾਂ ਦੇ ਨਸ਼ੇ ਕਰਕੇ ਕਈ ਕਹਿੰਦੇ ਜੀ, ਕਈਆਂ ਨੂੰ ਕਹੀਦਾ ਗੁਰੂ ਵਾਲੇ ਬਣ ਜਾਓ, ਬਾਣੀ ਨਾਲ ਜੁੜ ਜਾਓ। ਉਹ ਕਹਿੰਦੇ ਜੀ ਜਿਹੜੇ ਜੁੜਦੇ ਆ ਉਹਨਾਂ ਵਿੱਚੋਂ ਕਈ ਤੇ ਆਹ ਕੰਮ ਕਰਦੇ ਆ। ਇੱਕ ਦਿਨ ਬੇਨਤੀ ਕੀਤੀ ਸੀ, ਉਹਨਾਂ ਵੱਲ ਵੇਖ ਕੇ ਆਪਾਂ ਕਿਉਂ ਖੂਹ ਵਿੱਚ ਡਿੱਗੀਏ। ਜਿਹੜੇ ਧਰਮ ਦੇ ਰਾਹ ਤੇ ਤੁਰ ਕੇ ਮਾੜੇ ਕੰਮ ਕਰਦੇ ਆ ਉਹ ਆਪਣਾ ਕੀਤਾ ਆਪ ਪਾਉਣਗੇ, ਉਹ ਆਪਣੇ ਕਰਮ ਦਾ ਫਲ ਆਪ ਭੋਗਣਗੇ। ਉਹਨਾਂ ਮਗਰ ਲੱਗ ਕੇ ਅਸੀਂ ਆਪਣਾ ਕਰਮ ਕਿਉਂ ਵਿਗਾੜਦੇ ਹਾਂ, ਅਸੀਂ ਆਪਣਾ ਰਸਤਾ ਕਿਉਂ ਬਦਲਦੇ ਹਾਂ। ਸਾਡਾ ਗੁਰੂ ਨਾਲ ਪਿਆਰ ਹੋਣਾ ਚਾਹੀਦਾ ਹੈ। ਅਸੀਂ ਉਸ ਮਾਰਗ ਨਹੀਂ ਤੁਰਨਾ। ਜਿਹੜੇ ਤੁਰਦੇ ਆ ਉਹਨਾਂ ਨੂੰ ਵੇਖ ਕੇ ਆਪਣੇ ਕਦਮ ਵੀ ਨਹੀਂ ਰੁਕਣੇ, ਕਿਉਂਕਿ ਕਰਮੀ ਆਪੋ ਆਪਣੀ ਹੈ। ਜੋ ਜਿੱਦਾਂ ਦਾ ਬੀਜੇਗਾ ਉਦਾਂ ਦਾ ਫਲ ਭੋਗ ਲਏਗਾ। ਹੁਣ ਗੁਰੂ ਸਾਹਿਬ ਜੀ ਨੇ ਆਖਿਆ ਵੀ ਇੱਕ ਅਕਾਲ ਪੁਰਖ ਜੀ ਨਾਲ ਮਿਲਾਪ ਸਤਿਗੁਰੂ ਦੀ ਕਿਰਪਾ ਨਾਲ ਹੁੰਦਾ ਹੈ। ਭਾਉ ਤੇਰਾ ਭਾਂਗ ਖਲੜੀ ਮੇਰਾ ਜੀਤ। ਸਾਹਿਬ ਕਹਿੰਦੇ ਬਾਬਰ ਤੇਰੇ ਇਸ ਭੰਗ ਦੇ ਪਿਆਲੇ ਦੀ ਸਾਨੂੰ ਲੋੜ ਨਹੀਂ। ਇਹ ਸਾਨੂੰ ਲੋੜ ਨਹੀਂ ਹੈ। ਸਾਨੂੰ ਇਹ ਭੰਗ ਦੇ ਨਸ਼ੇ ਦੀ ਲੋੜ ਨਹੀਂ, ਕਿਉਂਕਿ ਭਾਉ ਤੇਰਾ ਭਾਂਗ, ਭਾਉ ਮੈਨੇ ਡਰ ਮੈਨੇ ਅਦਬ ਮੈਨੇ ਸਤਕਾਰ। ਜਿਹੜਾ ਅਸੀਂ ਪਰਮੇਸ਼ਵਰ ਦਾ ਅੰਦਰ ਅਦਬ ਰੱਖਿਆ ਨਾ, ਡਰ ਰੱਖਿਆ, ਉਹੀ ਸਾਡੇ ਵਾਸਤੇ ਭੰਗ ਹੈ। ਉਹੀ ਅਸੀਂ ਉਹਨੂੰ ਭੰਗ ਬਣਾਇਆ ਜਿਹੜਾ ਉਹਦਾ ਡਰ ਹੈ। ਹੁਣ ਜਿਹੜੇ ਆ ਬਾਹਰੋਂ ਨਸ਼ੇ ਪੀਂਦੇ ਆ ਉਹਨਾਂ ਨੂੰ ਰੱਬ ਦਾ ਡਰ ਥੋੜੀ ਹੈ। ਜਿਹੜੇ ਬਾਹਰੋਂ ਤਰ੍ਹਾਂ ਦੇ ਨਸ਼ੇ ਪੀਂਦੇ ਆ, ਇਹਨਾਂ ਨੂੰ ਪੀ ਕੇ ਰੱਬ ਦਾ ਡਰ ਰਹਿੰਦਾ ਹੈ। ਇਹਨਾਂ ਨੂੰ ਤੇ ਆਪਣੇ ਵੀ ਜਿਹੜੇ ਆ ਉਹ ਪਰਾਇਆਂ ਦੀ ਪਛਾਣ ਭੁੱਲ ਜਾਂਦੀ ਹੈ ਤੇ ਰੱਬ ਦਾ ਭੈ ਕਿੱਥੇ ਰੱਖਣਾ ਇਹਨਾਂ ਨੇ। ਸਾਨੂੰ ਬਾਣੀ ਵਿੱਚ ਅੰਮ੍ਰਿਤ ਬਾਣੀ ਵਿੱਚ ਸਮਝਾਇਆ, ਜਿਤ ਪੀਤਾ ਮਤ ਦੂਰ ਹੋਏ। ਆ ਪੀਣ ਨਾਲ ਸੁਰਤ ਨਹੀਂ ਲੱਗਦੀ, ਸਗੋਂ ਮਤ ਖਤਮ ਹੋ ਜਾਂਦੀ ਹੈ, ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਆ ਚੀਜ਼ਾਂ ਪੀਣ ਦੇ ਨਾਲ। ਪਰ ਅਸੀਂ ਕਹਿੰਦੇ ਨਹੀਂ, ਸਾਡੀ ਤਾਂ ਸੁਰਤ ਦਸਮ ਦੁਆਰ ਤੇ ਲੱਗਦੀ ਹੈ। ਇਹ ਕੇਵਲ ਫੋਕੀਆਂ ਗੱਲਾਂ ਨੇ। ਸਾਹਿਬ ਜੀ ਕਹਿੰਦੇ ਜਿਤ ਪੀਤਾ ਹੈ, ਜਿਹੜੀ ਮਾੜੀ ਚੀਜ਼ ਪੀਣ ਨਾਲ, ਹੰਕਾਰ ਦਾ ਨਸ਼ਾ ਪੀਣ ਨਾਲ, ਕ੍ਰੋਧ ਵਿਕਾਰ ਜਾਂ ਬਾਹਰ ਦੇ ਨਸ਼ੇ ਪੀਣ ਨਾਲ ਮਤ ਦੂਰ ਹੋਏ। ਮਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਉਹਨਾਂ ਨੂੰ ਮਾਲਕ ਦੇ ਘਰੋਂ ਧੱਕੇ ਮਿਲਦੇ ਆ ਜਿਹੜੇ ਬਾਹਰ ਦੇ ਨਸ਼ੇ ਕਰਕੇ ਕਹਿੰਦੇ ਅਸੀਂ ਤੇ ਰੱਬ ਨਾਲ ਸੁਰਤ ਜੋੜਨੀ ਸੀ। ਇਸ ਲਈ ਮਹਾਰਾਜ ਕਹਿੰਦੇ ਇਹ ਬਾਹਰ ਦੇ ਮੈਨੂੰ ਇਹ ਤੇਰਾ ਪਿਆਲਾ ਨਹੀਂ ਚਾਹੀਦਾ, ਕਿਉਂਕਿ ਮੈਂ ਆਪਣੇ ਅੰਦਰ ਜਿਹੜਾ ਉਹਦਾ ਭਾਉ ਡਰ ਰੱਖਿਆ ਨਾ, ਉਸ ਡਰ ਨੂੰ ਹੀ ਮੈਂ ਭੰਗ ਬਣਾ ਲਿਆ। ਭਾਉ ਤੇਰਾ ਭਾਂਗ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਿਓ 721 ਦੇ ਉੱਪਰ ਇਹ ਪਾਵਨ ਜਿਹੜਾ ਸ਼ਬਦ ਸੁਭਾਈਮਾਨ ਹੈ। ਮਹਾਰਾਜ ਕਹਿੰਦੇ ਖਲੜੀ ਮੇਰਾ ਚੀਤ, ਉਹ ਭੰਗ ਜਿਹਦੇ ਵਿੱਚ ਪਾਈ ਦੀ ਹੈ, ਚਮੜੇ ਦੀ ਗੁੱਥੀ, ਕਹਿੰਦੇ ਉਹਨੂੰ ਮੈਂ ਆਪਣਾ ਚੀਤ ਚਿੱਤ ਬਣਾਇਆ ਹੋਇਆ। ਭੰਗ ਰੱਬ ਜੀ ਦਾ ਡਰ ਬਣਾ ਲਿਆ, ਔਰ ਜਿਹਦੇ ਵਿੱਚ ਉਹ ਭੰਗ ਰੱਖੀ ਆ ਉਹ ਮੈਂ ਆਪਣਾ ਚਿੱਤ ਬਣਾਇਆ ਹੈ। ਮੈਂ ਦੀਵਾਨਾ ਭਇਆ ਅਤੀਤ। ਮੈਂ ਤਾਂ ਆ ਉਹਦੇ ਜਿਹੜਾ ਉਹਦਾ ਭੈ, ਉਹਦਾ ਡਰ ਹੈ। ਕਿਉਂਕਿ ਦੇਖੋ ਜੇ ਡਰ ਹੋਏਗਾ ਤਾਂ ਹੀ ਸਤਿਕਾਰ ਹੈ, ਤੇ ਜੇ ਸਾਡੇ ਅੰਦਰ ਡਰ ਨਹੀਂ ਤੇ ਸਤਿਕਾਰ ਵੀ ਕੋਈ ਨਹੀਂ। ਬੜੀ ਵਾਰ ਬੇਨਤੀ ਕੀਤੀ ਕਿ ਜਿਨ੍ਹਾਂ ਬੱਚਿਆਂ ਦੇ ਮਨਾਂ ਵਿੱਚੋਂ ਮਾਪਿਆਂ ਦਾ ਡਰ ਨਿਕਲ ਜਾਏ, ਉਹ ਕਦੇ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ, ਕਦੇ ਨਹੀਂ ਕਰਦੇ। ਜਦੋਂ ਡਰ ਹੀ ਨਿਕਲ ਗਿਆ ਤੇ ਮਾਂ-ਬਾਪ ਵੀ ਕਹਿੰਦੇ ਆ ਵੀ ਹੁਣ ਇਹ ਬੱਚਿਆਂ ਦੇ ਵਿੱਚੋਂ ਡਰ ਸਾਡਾ ਨਿਕਲ ਗਿਆ, ਸਾਡੀ ਗੱਲ ਹੀ ਨਹੀਂ ਮੰਨਦੇ। ਜਿਨ੍ਹਾਂ ਅੰਦਰ ਭੈ ਹੈ ਉਹ ਅਦਬ ਨਹੀਂ ਕਰਦੇ ਆ। ਤੇ ਮਹਾਰਾਜ ਗੁਰੂ ਹਰਿਰਾਏ ਸਾਹਿਬ ਨੇ ਕੀ ਆਖਿਆ? ਗੁਰੂ ਸਾਹਿਬ ਕਹਿੰਦੇ ਜੋ ਗੁਰਬਾਣੀ ਭੈ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਸਾਨੂੰ ਗੁਰਬਾਣੀ ਦਾ ਨਸ਼ਾ ਕਿਉਂ ਨਹੀਂ ਹੁੰਦਾ? ਕਿਉਂਕਿ ਅਸੀਂ ਗੁਰਬਾਣੀ ਦਾ ਭੈ ਰੱਖਦੇ ਹੀ ਨਹੀਂ। ਗੁਰਬਾਣੀ ਦਾ ਡਰ ਸਾਡੇ ਮਨਾਂ 'ਚ ਜਿਨ੍ਹਾਂ ਦੇ ਹੈ ਮੁਬਾਰਕ ਹੈ। ਜਿਹੜੇ ਗੁਰਬਾਣੀ ਦਾ ਭੈ ਰੱਖਦੇ ਆ, ਗੁਰਬਾਣੀ ਦਾ ਸਤਿਕਾਰ ਕਰਦੇ ਆ, ਉਹਨਾਂ ਨੂੰ ਮੁਬਾਰਕ ਹੈ। ਪਰ ਜਿਨ੍ਹਾਂ ਅੰਦਰ ਗੁਰਬਾਣੀ ਦਾ ਭੈ ਨਹੀਂ ਹੁੰਦਾ, ਉਹ ਤਾਂ ਇੱਕ ਹੱਥ ਵਿੱਚ ਗੁਟਕਾ ਸਾਹਿਬ ਹੁੰਦਾ ਤੇ ਦੂਜੇ ਹੱਥ ਵਿੱਚ ਮੋਬਾਈਲ ਚੱਲਦਾ ਹੁੰਦਾ। ਕਿੱਥੇ ਗੁਰਬਾਣੀ ਦਾ ਭੈ? ਇੱਕ ਪੰਕਤੀ ਗੁਟਕਾ ਸਾਹਿਬ 'ਚੋਂ ਪੜ੍ਹ ਲੈਂਦੇ ਆ, ਦੂਜੇ ਪਾਸੇ ਮੋਬਾਈਲ 'ਚੋਂ ਮੈਸੇਜ ਦੇਖ ਲੈਂਦੇ ਆ। ਉਹ ਕਿੱਥੇ ਗੁਰਬਾਣੀ ਦਾ ਭੈ? ਗੁਰਬਾਣੀ ਦਾ ਅਦਬ, ਗੁਰਬਾਣੀ ਦਾ ਸਤਿਕਾਰ ਕਿੱਥੇ ਹੈ? ਗੁਰਬਾਣੀ ਪੜ੍ਹਦੇ ਧਿਆਨ ਮੋਬਾਈਲ ਦੇ ਵਿੱਚ ਉਹਨਾਂ ਦਾ ਅਟਕਿਆ ਹੋਇਆ। ਤੇ ਜੇ ਕੋਈ ਆ ਗਿਆ ਮੈਸੇਜ ਤੇ ਗੁਰਬਾਣੀ ਛੱਡ ਕੇ ਮੈਸੇਜ ਪੜ੍ਹਨਾ ਜ਼ਰੂਰੀ ਸਮਝਦੇ ਆ, ਇਹਦਾ ਮਤਲਬ ਗੁਰਬਾਣੀ ਦਾ ਭੈ ਨਹੀਂ ਹੈ।
ਇੱਕ ਨਹੀਂ ਅਨੰਤ ਪ੍ਰਕਾਰ ਦੇ ਐਸੇ ਜਿਹੜੇ ਸਾਨੂੰ ਦੇਖਣ ਨੂੰ ਮਿਲਦੇ ਆ, ਜਿਹਦੇ ਵਿੱਚ ਪਤਾ ਲੱਗਦਾ ਵੀ ਗੁਰਬਾਣੀ ਪੜ੍ਹ ਰਹੇ ਆ ਪਰ ਡਰ ਕੋਈ ਨਹੀਂ ਗੁਰਬਾਣੀ ਦਾ। ਗੁਰਬਾਣੀ ਦਾ ਭੈ ਸਤਿਕਾਰ ਅੰਦਰ ਮਨਾਂ ਵਿੱਚ ਨਹੀਂ ਹੈ। ਕਈ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਪਾਠ ਕਰਦੇ ਕਰਦੇ ਆਪਣੇ ਪੈਰ ਹੀ ਸਿੱਧੇ ਕਰ ਲੈਂਦੇ ਆ, ਪੀੜਾ ਸਾਹਿਬ ਦੇ ਬਿਲਕੁਲ ਥੱਲੇ ਲੱਤਾਂ ਹੀ ਸਿੱਧੀਆਂ ਕਰ ਲੈਂਦੇ ਆ, ਜਾਂ ਕਈ ਪਾਠ ਕਰਦੇ ਕਰਦੇ ਆਪਣੇ ਪੈਰ ਦੀਆਂ ਉਂਗਲਾਂ ਹੀ ਮੱਲਣ ਲੱਗ ਜਾਂਦੇ ਆ। ਉਹੀ ਉਂਗਲਾਂ ਮਲਦੇ ਮਲਦੇ ਉਹੀ ਗੁਰੂ ਸਾਹਿਬ ਦੇ ਅੰਗ ਨੂੰ ਹੱਥ ਲਾ ਲੈਂਦੇ ਆ। ਫਿਰ ਇਹਦਾ ਮਤਲਬ ਡਰ ਨਹੀਂ ਹੈ ਨਾ। ਜੇ ਡਰ ਹੁੰਦਾ ਤਾਂ ਫਿਰ ਹੱਥ ਕੰਬ ਜਾਂਦੇ ਵੀ ਮੈਂ ਸਾਵਧਾਨਤਾ ਵਿੱਚ ਪਾਠ ਕਰਨਾ ਹੈ ਤਾਂ ਕਿ ਮੇਰੇ ਹੱਥਾਂ ਵਿੱਚ ਪਵਿੱਤਰ ਬਾਣੀ ਦਾ ਗੁਟਕਾ ਸਾਹਿਬ ਹੈ ਤੇ ਮੈਂ ਪਾਠ ਕਰਦਿਆਂ ਕਰਦਿਆਂ ਇਹ ਕਦੇ ਨਾ ਭੁੱਲਾਂ ਕਿ ਮੇਰੇ ਪੈਰਾਂ ਨੂੰ ਕਿਤੇ ਮੇਰੇ ਹੱਥ ਨਾ ਲੱਗ ਜਾਣ। ਐਸੀਆਂ ਬੜੀਆਂ ਨੇ ਵਿਚਾਰਾਂ ਸਮਝਣ ਵਾਲੀਆਂ। ਗੱਲ ਕੀਤੀ ਸੀ ਵੀ ਜਿਨ੍ਹਾਂ ਬੱਚਿਆਂ ਦੇ ਮਨਾਂ ਦੇ ਵਿੱਚ ਮਾਪਿਆਂ ਪ੍ਰਤੀ ਡਰ ਨਹੀਂ ਹੁੰਦਾ, ਉਹ ਫਿਰ ਉਹ ਮਾਪਿਆਂ ਦਾ ਸਤਿਕਾਰ ਵੀ ਨਹੀਂ ਕਰਦੇ। ਅੱਜ ਅਸੀਂ ਆਪਣੇ ਮਾਤਾ ਜੀ ਨੂੰ ਤਕਰੀਬਨ ਸਾਰਿਆਂ ਨੇ ਚੇਤੇ ਕੀਤਾ ਤੇ ਪਿਛਲੇ ਦਿਨੀਂ ਹੀ ਜ਼ਿਕਰ ਚੱਲਿਆ ਸੀ ਕਿ ਮਾਪਿਆਂ ਦਾ ਪਿਆਰ ਇੱਕ ਦਿਨ ਲਈ ਨਹੀਂ ਹੁੰਦਾ। ਮਾਪਿਆਂ ਦਾ ਪਿਆਰ ਸਾਡੇ ਰੋਮ ਰੋਮ ਵਿੱਚ ਹੋਣਾ ਚਾਹੀਦਾ ਹੈ, ਸਾਡੇ ਸਵਾਸਾਂ ਵਿੱਚ ਹੋਣਾ ਚਾਹੀਦਾ ਹੈ। ਇਹ ਕਿ ਅੱਜ ਮਾਂ-ਬਾਪ ਦੇ ਪੈਰੀ ਹੱਥ ਲਾਤੇ ਹੁਣ ਮੁੜ ਕੇ 365 ਦਿਨ ਲੋੜ ਹੀ ਨਹੀਂ। ਅੱਜ ਸਵੇਰੇ ਉੱਠ ਕੇ ਮਾਪਿਆਂ ਨੂੰ 2 ਹੱਥ ਜੋੜ ਕੇ ਨਮਸਕਾਰ ਕਰ ਦਿੱਤੇ, ਹੁਣ ਸਾਲ ਭਰ ਮਾਂ ਕੀ ਹੈ ਪਿਤਾ ਕਿੱਥੇ ਹੈ ਕੀ ਉਹ ਦੁੱਖ ਚੱਲਦੇ ਆ, ਕੋਈ ਲੋੜ ਹੀ ਨਹੀਂ। ਸਾਡਾ ਹਰ ਇੱਕ ਦਿਨ ਬਣਦਾ ਜਾ ਰਿਹਾ, ਪਰ ਧਿਆਨ ਰੱਖਿਓ ਮਾਪਿਆਂ ਦਾ ਪਿਆਰ ਕੇਵਲ ਇੰਨਾ ਘੱਟ ਇੰਨਾ ਥੋੜਾ ਨਹੀਂ ਵੀ ਉਹਨੂੰ ਇੱਕ ਦਿਨ 'ਚ ਹੀ ਬਸ ਸੀਮਤ ਕਰ ਦਿਓ। ਹਰ ਪਲ ਅਸੀਂ ਆਪਣੇ ਮਾਂ-ਬਾਪ ਦਾ ਪਿਆਰ ਸਤਿਕਾਰ ਆਪਣੇ ਮਨਾਂ ਵਿੱਚ ਰੱਖਣਾ ਹੈ। ਬਹੁਤ ਐਸੇ ਵੀ ਨੇ ਅੱਜ ਅਸੀਂ ਜਿੱਥੇ ਮਾਂ ਆਪਣੇ ਮਦਰ ਡੇ ਨੂੰ ਮਨਾਉਂਦੇ ਹਾਂ, ਬਹੁਤ ਐਸੇ ਵੀ ਬੱਚੇ ਨੇ ਜਿਨ੍ਹਾਂ ਨੇ ਅੱਜ ਆਪਣੀ ਮਾਵਾਂ ਨੂੰ ਕੁੱਟਿਆ ਵੀ ਹੋਣਾ। ਕੱਲ ਵੀ ਇੱਕ ਸੀਨ ਦੇਖਣ ਨੂੰ ਮਿਲਿਆ, ਅੱਖਾਂ 'ਚ ਅਥਰੂ ਆ ਗਏ ਕਿ ਐਸੇ ਪੁੱਤ ਪੈਦਾ ਹੁੰਦੇ ਆ ਜਿਹੜੇ ਆਪਣੇ ਮਾਂ-ਬਾਪ ਨੂੰ ਆਪਣੇ ਹੱਥਾਂ ਨਾਲ ਸੋਟੀਆਂ ਨਾਲ ਕੁੱਟਦੇ ਆ ਤੇ ਫਿਰ ਸਮਾਜ ਵਿੱਚ ਨਿਕਲ ਕੇ ਉਹ ਕਹਿੰਦੇ ਅਸੀਂ ਬੜੇ ਮਹਾਨ ਆ। ਉਹ ਕਾਹਦੇ ਮਹਾਨ ਨੇ? ਇੱਕ ਪਾਸੇ ਉਹ ਕਹਿੰਦੇ ਰੱਬ ਜੀ ਸਾਨੂੰ ਸੁੱਖ ਦਿਓ ਤੇ ਘਰ ਬੈਠੇ ਰੱਬ ਉਤੇ ਆਹ ਇਹੋ ਜਿਹੇ ਕਰਤੂਤਾਂ ਕਰਦਾ ਹੈ। ਵਾਹਿਗੁਰੂ ਜੀ ਮਿਹਰ ਕਰਨ ਸਾਡੇ ਮਨਾਂ ਵਿੱਚ ਉਹ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਪ੍ਰਤੀ ਵੀ ਪਿਆਰ ਸਤਿਕਾਰ ਹੋਵੇ ਤੇ ਜਿਹਦੇ ਕੋਲ ਆਇਆ ਉਹ ਵੀ ਗੁਰਦੇਵ ਮਾਤਾ ਗੁਰਦੇਵ ਪਿਤਾ ਹੈ ਤੇ ਆਹ ਸਾਡਾ ਮਾਈ ਬਾਪ ਜਿਹੜਾ ਇਹਦੇ ਪ੍ਰਤੀ ਵੀ ਸਾਡਾ ਪਿਆਰ ਸਤਿਕਾਰ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਕਹਿੰਦੇ ਭਾਉ ਤੇਰਾ ਭਾਂਗ ਹੇ ਰੱਬ ਜੀ ਤੇਰਾ ਡਰ ਮੇਰੇ ਵਾਸਤੇ ਭੰਗ ਹੈ। ਖੱਲੜੀ ਮੇਰਾ ਚੀਂਤ ਹੈ ਤੇ ਜਿਹੜੀ ਭੰਗ ਉਹਦੀ ਗੁੱਥੀ ਵਿੱਚ ਪਾਈ ਜਾਂਦੀ ਹੈ ਖੱਲੜੀ ਕਹਿੰਦੇ ਉਹ ਮੇਰਾ ਚਿੱਤ ਹੈ। ਮੈਂ ਦੀਵਾਨਾ, ਮੈਂ ਤੇਰੇ ਨਾਲ ਭੈ ਦਾ ਜਿਹੜੀ ਭੰਗ ਬਣਾਈ ਮੈਂ ਉਹਦੇ ਵਿੱਚ ਹੀ ਮਸਤ ਹਾਂ, ਮੈਂ ਉਹਦੇ ਵਿੱਚ ਹੀ ਦੀਵਾਨਾ ਹਾਂ। ਮੈਂ ਉਹ ਤਿਆਗੀ ਜਿਹੜਾ ਉਹ ਜੀਵਨ ਆਪਣਾ ਬਣਾਇਆ, ਅਤੀਤ ਦਾ ਅਰਥ ਹੈ ਤਿਆਗੀ। ਮੈਂ ਤਿਆਗੀ ਆਪਣੇ ਜੀਵਨ ਨੂੰ ਅੰਦਰੋਂ ਤਿਆਗ, ਅਸੀਂ ਬਾਹਰੋਂ ਤਿਆਗ ਕਰਦੇ ਹਾਂ, ਜ਼ਮੀਨ ਦਾ ਜਾਇਦਾਦ ਦਾ ਧੀਆਂ ਪੁੱਤਰਾਂ ਦਾ ਪਰਿਵਾਰ ਦਾ ਤਿਆਗ ਕਰ ਦਿੱਤਾ, ਪਰ ਮਾਰੇ ਕਹਿੰਦੇ ਅੰਦਰ ਬੁਰਾਈਆਂ ਦਾ ਤਿਆਗ ਕਰੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤਿਆਗ ਕਰੋ। ਇਸ ਲਈ ਸਾਹਿਬ ਕਹਿੰਦੇ ਮੈਂ ਉਸ ਮਾਲਕ ਦੇ ਦਰ ਦਾ ਦੀਵਾਨਾ ਹਾਂ। ਕਰ ਕਾਸਾ ਦਰਸ਼ਨ ਕੀ ਭੂਖ। ਇਹ ਜਿਹੜਾ ਮੇਰੇ ਅੰਦਰ ਭਉ ਭੰਗ ਬਣ ਗਿਆ ਨਾ, ਇਹਨੇ ਮੇਰੇ ਅੰਦਰ ਭੁੱਖ ਲਾ ਦਿੱਤੀ। ਪਤਾ ਕਿਹੜੀ? ਉਹਦੇ ਦਰਸ਼ਨਾਂ ਦੀ ਭੁੱਖ। ਮੈਨੂੰ ਇੱਕੋ ਹੀ ਭੁੱਖ ਹੈ, ਮੇਰੇ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਭੁੱਖ। ਕਰ ਕਹਿੰਦੇ ਹੱਥ ਨੂੰ, ਕਾਸਾ ਕਹਿੰਦੇ ਕਟੋਰੇ ਨੂੰ। ਜਦੋਂ ਅਸੀਂ ਦੋਏ ਹੱਥ ਇਦਾਂ ਜੋੜਾਂਗੇ ਇੱਕ ਕਟੋਰਾ ਬਣ ਜਾਂਦਾ ਹੈ। ਕਹਿੰਦੇ ਕਰ ਕਾਸਾ ਦਰਸ਼ਨ ਕੀ ਭੂਖ। ਹੇ ਰੱਬ ਜੀ ਮੈਂ ਆਪਣੇ ਹੱਥਾਂ ਦਾ ਕਟੋਰਾ ਬਣਾ ਕੇ ਤੁਹਾਡੇ ਦਰ ਤੇ ਤੁਹਾਡੇ ਦਰਸ਼ਨਾਂ ਦੀ ਭੁੱਖ ਲੈ ਕੇ ਆਇਆ ਹਾਂ। ਮੈਂ ਦਰ ਮੰਗੋ ਨੀਤਾ ਨੀਤ। ਔਰ ਇਹ ਭੁੱਖ ਇੱਕ ਦਿਨ ਦੀ ਨਹੀਂ ਹੈ, ਇਹ ਭੁੱਖ ਮੇਰੀ ਨਿਤ ਪ੍ਰਤੀ ਦਿਨ ਦੀ ਭੁੱਖ ਹੈ, ਹਰ ਰੋਜ਼ ਦੀ ਭੁੱਖ ਹੈ। ਮੈਂ ਦਰ ਮੰਗੋ, ਮੈਂ ਤੁਹਾਡੇ ਦਰ ਉੱਤੇ ਮੰਗਦਾ ਹਾਂ। ਨੀਤਾ ਨੀਤ ਨਿਤ ਮੰਗਦਾ। ਸਾਡਾ ਗੁਰੂ ਨਾਲ ਪਿਆਰ ਇੱਕ ਦਿਨ ਦਾ ਨਾ ਹੋਵੇ, ਸਾਡਾ ਗੁਰੂ ਸਾਹਿਬ ਨਾਲ ਪਿਆਰ ਹਰ ਦਿਨ ਦਾ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਜਿਸ ਦਿਨ ਸਾਨੂੰ ਟਾਈਮ ਲੱਗੇ ਉਸ ਦਿਨ ਨਿਤਨੇਮ ਕਰ ਲਓ, ਜਿਸ ਦਿਨ ਸਾਨੂੰ ਟਾਈਮ ਨਾ ਲੱਗੇ ਉਸ ਦਿਨ ਰਹਿਣ ਦਿਓ, ਛੱਡ ਦਿਓ। ਜਿਸ ਦਿਨ ਸਾਨੂੰ ਟਾਈਮ ਲੱਗੇ ਉਸ ਦਿਨ ਗੁਰੂ ਸਾਹਿਬ ਦੇ ਦਰ ਤੇ ਮੱਥਾ ਟੇਕ ਲਓ, ਜਿਸ ਦਿਨ ਨਾ ਲੱਗੇ ਉਸ ਦਿਨ ਛੱਡੋ। ਕੀ ਲੋ ਜੇ ਨਾ ਵੀ ਗੁਰੂ ਸਾਹਿਬ ਦੇ ਦਰ ਤੇ ਮੱਥਾ ਟੇਕਾਂਗੇ ਕੀ ਫਰਕ ਪੈਣਾ? ਇਹਦਾ ਮਤਲਬ ਜਿਹੜੀ ਅੰਦਰ ਦਰਸ਼ਨਾਂ ਦੀ ਭੁੱਖ ਸੀ ਇਹ ਰੋਜ਼ ਨਹੀਂ ਲੱਗਦੀ, ਕਦੇ ਕਦੇ ਲੱਗਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮੰਗੋ ਨੀਤਾ ਨੀਤ। ਮੈਂ ਤਾਂ ਨਿਤ ਮੰਗਦਾ ਤੁਹਾਡੇ ਦਰਸ਼ਨ, ਇਹ ਭੁੱਖ ਲੈ ਕੇ ਆਇਆ ਹਾਂ। ਉਹ ਦਰਸ਼ਨ ਕੀ ਕਰੋ ਸਮਾਏ। ਤੁਹਾਡੇ ਦਰਸ਼ਨਾਂ ਦੀ ਸਮਾਏ ਮੈਨੇ ਆਵਾਜ਼ਾਂ ਦੇਣਾ, ਮੈਂ ਆਵਾਜ਼ ਦੇ ਰਿਹਾ ਕੇਵਲ ਤੁਹਾਡੇ ਦਰਸ਼ਨਾਂ ਦੀ ਭੁੱਖ ਲੈ ਕੇ ਆਇਆ। ਕੇਵਲ ਤੇ ਕੇਵਲ ਮੈਨੂੰ ਤੁਹਾਡੇ ਦਰਸ਼ਨਾਂ ਦੀ ਭੁੱਖ ਹੈ। ਮੈਂ ਦਰ ਮੰਗਤ ਭਿਖਿਆ ਪਾਏ। ਮੈਂ ਤੁਹਾਡੇ ਦਰ ਤੇ ਮੰਗਦਾ ਮੇਰੀ ਆਹ ਝੋਲੀ ਵਿੱਚ ਭਿਖਿਆ ਪਾ ਦਿਓ, ਖੈਰ ਪਾ ਦਿਓ। ਮੈਨੂੰ ਸਿਰਫ ਤੇ ਸਿਰਫ ਤੁਹਾਡੇ ਦਰਸ਼ਨ ਚਾਹੀਦੇ ਹਨ। ਰਹਾਓ ਇਹ ਪਾਵਨ ਸ਼ਬਦ ਵਿੱਚ ਰਹਾਉ ਦਾ ਅਰਥ ਵਿਸ਼ਰਾਮ ਦੇ ਕੇ ਇਹਨੂੰ ਸਮਝ ਕੇ ਚੱਲਣਾ ਹੈ। ਕੇਸਰ ਕੁਸਮ ਮਿਰਗ ਮੈਂ ਰਹਿਣਾ ਸਰਬ ਸਰੀਰੀ ਚੜਨਾ। ਹੁਣ ਦੁਨੀਆ ਵਿੱਚ ਕੀ ਹੈ? ਉੱਚ ਨੀਚਤਾ ਦਾ ਫਰਕ ਹੈ। ਕੋਈ ਕਹਿੰਦਾ ਜੀ ਇਹ ਉੱਚੀ ਜਾਤ ਦਾ ਹੈ, ਕੋਈ ਕਹਿੰਦਾ ਨੀਵੀਂ ਜਾਤ ਦਾ ਹੈ। ਪਰ ਕੁਝ ਗੱਲਾਂ ਸਮਝਣ ਵਾਲੀਆਂ ਨੇ। ਕਹਿੰਦੇ ਕੇਸਰ ਕੁਸਮ ਮਿਰਗ ਇਹ ਜਿੰਨੇ ਵੀ ਨੇ ਸਰਬ ਸਰੀਰੀ ਚੜਨਾ। ਭਾਵ ਕਿ ਜਿਹੜਾ ਕੇਸਰ ਹੈ ਔਰ ਕੁਸਮ ਦਾ ਅਰਥ ਹੁੰਦਾ ਫੁੱਲ, ਮਿਰਗ ਦਾ ਅਰਥ ਹੁੰਦਾ ਉਹਦੇ ਵਿੱਚ ਕਸਤੂਰੀ ਹੁੰਦੀ ਹੈ ਖੁਸ਼ਬੂ ਵਾਲੀ, ਔਰ ਕਹਿੰਦੇ ਹਰਨਾ ਦਾ ਅਰਥ ਹੈ ਸੋਨਾ ਜਿਹਨੂੰ ਆਪਾਂ ਗੋਲਡ ਕਹਿ ਦਿੰਦੇ ਆ। ਇਹ ਸਾਰਿਆਂ ਦੇ ਤਨ ਉੱਤੇ ਸੱਜ ਜਾਂਦੇ ਆ, ਸਾਰਿਆਂ ਦੇ ਸਰਬ ਸਰੀਰੀ ਚੜਨਾ। ਕਹਿੰਦੇ ਇਹ ਸਾਰਿਆਂ ਦੇ ਤਨ ਉੱਤੇ ਜਿਹੜੇ ਆ ਫੱਬ ਜਾਂਦੇ ਹਨ। ਚੰਦਨ ਭਗਤਾ ਜੋਤ ਇਨਹੀ ਸਰਬੇ ਪਰਮੜ ਕਰਨਾ। ਚੰਦਨ ਭਗਤਾਂ ਜੋਤ ਇਨਹੀ ਜਿਹੜੇ ਰੱਬ ਜੀ ਤੇਰੇ ਭਗਤ ਹੁੰਦੇ ਨੇ ਉਹਨਾਂ ਵਾਸਤੇ ਸਾਰੇ ਇੱਕੋ ਹੀ ਜੋਤ ਦੇ ਹੁੰਦੇ ਆ, ਸਾਰੇ ਰੱਬ ਦੇ ਬੰਦੇ ਹੁੰਦੇ ਆ। ਉਹਨਾਂ ਲਈ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਅਸੀਂ ਆਪਸ ਵਿੱਚ ਹੀ ਲੜੀ ਜਾ ਰਹੇ ਹਾਂ, ਤੂੰ ਫਲਾਣੇ ਧਰਮ ਦਾ ਹੈ, ਤੂੰ ਫਲਾਣੇ ਦਾ ਹੈ, ਤੂੰ ਨੀਵੀਂ ਜਾਤ ਦਾ ਹੈ, ਤੂੰ ਉੱਚੀ ਦਾ। ਅਸੀਂ ਆਪਸ ਵਿੱਚ ਹੀ ਲੜੀ ਜਾ ਰਹੇ ਹਾਂ, ਪਰ ਇਹ ਸੋਚ ਹੀ ਨਹੀਂ ਰਹੇ ਕਿ ਸਾਡੇ ਸਾਰਿਆਂ ਦਾ ਜਿਹੜਾ ਜੀਵਨ ਦਾਤਾ ਹੈ ਉਹ ਇੱਕੋ ਹੀ ਹੈ, ਪਰਮਾਤਮਾ। ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਇੱਕੋ ਹੀ ਹੈ, ਪਰਮਾਤਮਾ। ਕੋਈ ਉਹਨੂੰ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਗੋਡ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ। ਅਸੀਂ ਇਹਨਾਂ ਵਿੱਚ ਹੀ ਉਲਝ ਕੇ ਲੜ ਰਹੇ ਹਾਂ, ਪਰ ਇਹ ਭੁੱਲ ਗਏ ਕਿ ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ। ਸਭ ਬੰਦੇ ਹੈ ਤਾਂ ਆਪਾਂ ਸਾਰੇ ਰੱਬ ਦੇ ਹੀ ਬੰਦੇ ਹਾਂ। ਏਕ ਨੂਰ ਤੇ ਸਭ ਜਗ ਉਪਰਿਆ ਕੌਣ ਭਲੇ ਕੌਣ ਬੰਦੇ, ਕਿਹੜਾ ਮੰਦਾ ਤੇ ਕਿਹੜਾ ਭਲਾ? ਸਾਰੇ ਰੱਬ, ਸਾਰਿਆਂ ਨੂੰ ਰੱਬ ਨਹੀਂ ਬਣਾਇਆ। ਇੱਕੋ ਮਿੱਟੀ ਤੋਂ ਆਪਾਂ ਸਾਰੇ ਬਣੇ ਹੋਏ ਹਾਂ, ਸਾਰਿਆਂ ਨੂੰ ਇੱਕੋ ਹੀ ਮਿੱਟੀ ਤੋਂ ਬਣਾਇਆ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੇ। ਹੁਣ ਇੱਕ ਘੁਮਿਆਰ ਨੇ 2 ਦੀਵੇ ਬਣਾਏ ਮਿੱਟੀ ਦੇ, ਇੱਕੋ ਹੀ ਚੱਕ ਤੋਂ ਬਣਾਏ। ਇੱਕ ਅਮੀਰ ਦੇ ਘਰ ਚਲਾ ਗਿਆ, ਇੱਕ ਗਰੀਬ ਦੇ ਚਲਾ ਗਿਆ। ਹੁਣ ਉਹ ਚਲਾ ਗਿਆ, ਦੋਵਾਂ ਦੇ ਵਿੱਚ ਕੀ ਹੋਇਆ? ਇੱਕ ਅਮੀਰ ਕਹਾਉਣ ਲੱਗ ਗਿਆ, ਇੱਕ ਗਰੀਬ। ਪਰ ਇਹ ਭੁੱਲ ਗਏ ਵੀ ਇੱਕੋ ਹੀ ਮਿੱਟੀ ਤੋਂ ਬਣੇ ਨੇ। ਇੱਕ ਨੀਵੀਂ ਜਾਤ ਦੇ, ਇੱਕ ਉੱਚੀ ਜਾਤ ਦੇ। ਅਸੀਂ ਇਹਨਾਂ ਵਿੱਚ ਉਲਝ ਕੇ ਰਹਿ ਗਏ ਹਾਂ, ਪਰ ਗੁਰਬਾਣੀ ਸਾਡੇ ਭਰਮ ਨੂੰ ਤੋੜਦੀ ਹੈ। ਗੁਰਬਾਣੀ ਸਮਝਾਉਂਦੀ ਆ ਵੀ ਏਕ ਪਿਤਾ ਏਕ ਸਕੇ ਹਮ ਬਾਰਕ। ਆਪਾਂ ਸਾਰੇ ਇੱਕੋ ਹੀ ਪਰਮ ਪਿਤਾ ਪਰਮਾਤਮਾ ਦੇ ਬੱਚੇ ਹਾਂ, ਪਰ ਸਾਡੀ ਅਕਲ ਤੇ ਪਰਦੇ ਪੈ ਗਏ ਉੱਚ ਨੀਚਤਾ ਦੇ। ਹੁਣ ਇੱਥੇ ਕਹਿੰਦੇ ਨੇ ਵੀ ਕੇਸਰ ਹੋਵੇ, ਭਾਵੇਂ ਫੁੱਲ ਹੋਵੇ, ਭਾਵੇਂ ਕਸਤੂਰੀ ਹੋਵੇ, ਭਾਵੇਂ ਸੋਨਾ ਹੋਵੇ, ਇਹ ਸਾਰਿਆਂ ਦੇ ਸਰੀਰਾਂ ਤੇ ਫੱਬ। ਉਹਨੂੰ ਸੋਨਾ ਦਾ ਗਹਿਣਾ
ਕਿਸੇ ਨੂੰ ਪਾਓ ਤੇ ਉਹ ਸੋਨੇ ਦਾ ਗਹਿਣਾ ਇਹ ਥੋੜੀ ਕਹੇਗਾ ਵੀ ਇਹ ਨੀਵੀਂ ਜਾਤ ਦਾ, ਮੈਂ ਇਹਦੇ ਗਲ ਵਿੱਚ ਹਾਰ ਬਣ ਕੇ ਨਹੀਂ ਪੈਣਾ। ਕਸਤੂਰੀ ਦੀ ਖੁਸ਼ਬੂ ਇਹ ਥੋੜੀ ਕਹੇਗੀ ਵੀ ਇਹ ਨੀਵੀਂ ਜਾਤ ਦਾ ਤੇ ਮੈਂ ਇਹਦੇ ਕੋਲ ਖੁਸ਼ਬੂ ਨਹੀਂ ਵੰਡਣੀ। ਚੰਦਨ ਵਿੱਚ ਸੁਗੰਧੀ ਹੁੰਦੀ ਹੈ, ਚੰਦਨ ਇਹ ਥੋੜੀ ਕਹਿੰਦਾ ਵੀ ਇਹ ਨੀਵੀਂ ਜਾਤ ਦਾ ਤੇ ਇਹਨੂੰ ਮੈਂ ਸੁਗੰਧੀ ਨਹੀਂ ਦੇਣੀ, ਇਹ ਉੱਚੀ ਜਾਤ ਦਾ ਤੇ ਇਹਨੂੰ ਸੁਗੰਧੀ। ਜੇ ਚੰਦਨ ਫਰਕ ਨਹੀਂ ਕਰਦਾ, ਜੇ ਕੇਸਰ ਫਰਕ ਨਹੀਂ ਕਰਦਾ, ਜੇ ਕਸਤੂਰੀ ਫਰਕ ਨਹੀਂ ਕਰਦੀ, ਫਿਰ ਅਸੀਂ ਬੰਦੇ ਇੱਕ ਦੂਜੇ ਨਾਲ ਫਰਕ ਕਿਉਂ ਕਰਦੇ ਹਾਂ? ਜਦੋਂ ਸੂਰਜ ਦੀਆਂ ਕਿਰਨਾਂ ਨਿਕਲਦੀਆਂ ਨੇ ਧਰਤੀ ਤੇ ਪੈਂਦੀਆਂ ਨੇ, ਉਹ ਇਹ ਥੋੜੀ ਕਹਿੰਦੀਆਂ ਮੈਂ ਗਰੀਬ ਦੇ ਘਰ ਨਹੀਂ ਰੋਸ਼ਨੀ ਕਰਨੀ, ਮੈਂ ਅਮੀਰ ਦੇ ਘਰ ਕਰਨੀ ਹੈ, ਮੈਂ ਨੀਵੀਂ ਜਾਤ ਵਾਲਿਆਂ ਦੇ ਘਰ ਰੋਸ਼ਨੀ ਨਹੀਂ ਕਰਨੀ, ਮੈਂ ਉੱਚੀ ਜਾਤਾਂ ਵਾਲੇ। ਜੇ ਸੂਰਜ ਦੀ ਰੋਸ਼ਨੀ ਵਿਤਕਰਾ ਨਹੀਂ ਕਰਦੀ, ਫਿਰ ਅਸੀਂ ਇਨਸਾਨ ਇੱਕ ਦੂਜੇ ਨਾਲ ਵਿਤਕਰਾ ਕਿਉਂ ਕਰਦੇ ਹਾਂ? ਫਿਰ ਅਸੀਂ ਇੱਕ ਦੂਜੇ ਨਾਲ ਨਫ਼ਰਤ ਕਿਉਂ ਕਰਦੇ ਹਾਂ? ਕਿਉਂਕਿ ਅਸੀਂ ਹਉਮੈ ਦੇ ਜਾਲ ਵਿੱਚ ਫਸੇ ਹੋਏ ਹਾਂ। ਅਸੀਂ ਹੰਕਾਰ ਵਿੱਚ ਉੱਚਾ ਰਹਿਣਾ ਚਾਹੁੰਦੇ ਹਾਂ, ਨੀਵਾਂ ਨਹੀਂ ਹੋਣਾ ਚਾਹੁੰਦੇ। ਸਤਿਗੁਰੂ ਮਹਾਰਾਜ ਜੀ ਕਹਿੰਦੇ ਭਗਤਾਂ ਦੀ ਅਵਸਥਾ ਵੱਖਰੀ ਹੁੰਦੀ ਹੈ, ਭਗਤ ਊਚ ਨੀਚਤਾ ਵਿੱਚ ਨਹੀਂ ਫਸਦੇ, ਉਹ ਸਾਰਿਆਂ ਵਿੱਚ ਰੱਬੀ ਜੋਤ ਦੇਖਦੇ ਆ। ਜਿਵੇਂ ਚੰਦਨ ਸਾਰਿਆਂ ਤੱਕ ਪਹੁੰਚਦਾ ਹੈ, ਇਸੇ ਤਰ੍ਹਾਂ ਰੱਬ ਦੇ ਪਿਆਰੇ ਵੀ ਸਭਨਾਂ ਤੱਕ ਪਹੁੰਚਦੇ ਆ। ਚੰਦਨ ਭਗਤਾਂ ਜੋਤ ਅਨੇਹੀ ਸਰਬੇ ਪਰਮਲ ਕਰਨਾ, ਭਗਤ ਵੀ ਸਾਰਿਆਂ ਨੂੰ ਰੱਬ ਦਾ ਰੂਪ ਹੀ ਦੇਖਦੇ ਹਨ। ਤੇ ਪਟ ਭਾਂਡਾ ਕਹੈ ਨਾ ਕੋਏ। ਸਤਿਗੁਰੂ ਮਹਾਰਾਜ ਬੜੀ ਵੱਡੀ ਗੱਲ ਸਮਝਾਉਂਦੇ ਆ। ਕਈ ਨਾ ਨਫ਼ਰਤ ਕਰਦੇ ਆ ਕਿ ਅਸੀਂ ਗਰੀਬਾਂ ਦੇ ਹੱਥਾਂ ਤੋਂ ਲੈ ਕੇ ਨਹੀਂ ਖਾਣਾ। ਕਈ ਕਹਿੰਦੇ ਜੀ ਇਹ ਨੀਵੀਂ ਜਾਤ ਦਾ ਹੈ, ਅਸੀਂ ਇਹਨਾਂ ਦੇ ਹੱਥਾਂ ਤੋਂ ਨਹੀਂ ਖਾਣਾ। ਅੱਜ ਜਿੰਨਾ ਬਾਜ਼ਾਰੋਂ ਸਮਾਨ ਖਰੀਦ ਕੇ ਲਿਆਉਂਦੇ ਹੋ, ਕਦੇ ਘਰ ਆ ਕੇ ਦੇਖਿਆ ਵੀ ਇਹਨੂੰ ਕਿਹਦੇ ਹੱਥ ਲੱਗੇ ਹੋਏ ਆ? ਜੋ ਅੱਜ ਤਾਂ ਘਰ ਵਿੱਚ ਬਣਦਾ ਹੀ ਘੱਟ ਹੈ, ਬਾਹਰੋਂ ਬਣਿਆ ਹੀ ਜ਼ਿਆਦਾ ਹੁੰਦਾ ਹੈ। ਬਹੁਤ ਘੱਟ ਐਸੇ ਪਰਿਵਾਰ ਹੋਣਗੇ ਜਿਹੜੇ ਕਹਿੰਦੇ ਅਸੀਂ ਬਾਹਰ ਦਾ ਕੁਝ ਨਹੀਂ ਖਾਂਦੇ, ਘਰ ਵਿੱਚ ਹੀ ਬਣਾ ਕੇ ਖਾਂਦੇ ਆ। ਨਹੀਂ ਤੇ ਬੁਤਾਤ ਵਿੱਚ ਤਾਂ ਬਾਹਰੋਂ ਹੀ ਸਭ ਕੁਝ ਚੱਲ ਰਿਹਾ ਅੱਜ ਕੱਲ੍ਹ। ਪਰ ਕਦੀ ਦੇਖਿਆ ਵੀ ਇਹਨੂੰ ਹੱਥ ਕੀ ਗਰੀਬ ਦੇ ਲੱਗਿਆ ਕਿ ਅਮੀਰ ਦੇ ਲੱਗਿਆ? ਕੋਈ ਖਾਣ ਵਾਲੀ ਚੀਜ਼ ਜਾਂ ਅਸੀਂ ਫਲ ਫਰੂਟ ਸਬਜ਼ੀ ਲੈ ਕੇ ਆਉਂਦੇ ਹਾਂ, ਕਦੀ ਉਹਨੂੰ ਦੇਖਿਆ ਘਰ ਆ ਕੇ ਚੈੱਕਅਪ ਕੀਤਾ, ਉਹਦਾ ਸਰਚ ਕੀਤਾ ਵੀ ਇਹਨੂੰ ਕਿਹਦੇ ਹੱਥ ਲੱਗਿਆ? ਉਹ ਤਾਂ ਅਸੀਂ ਖਾ ਲੈਂਦੇ ਹਾਂ, ਉੱਦਾਂ ਅਸੀਂ ਬੰਦੇ ਤੋਂ ਨਫ਼ਰਤ ਕਰਦੇ ਹਾਂ। ਵੈਸੇ ਸਾਨੂੰ ਕਿਸੇ ਗਰੀਬ ਨਾਲ ਬੈਠਣਾ ਔਖਾ ਲੱਗਦਾ ਹੈ, ਉਹਦੇ ਹੱਥਾਂ ਤੋਂ ਬਣੀਆਂ ਚੀਜ਼ਾਂ ਖਾਣੀਆਂ ਸਾਨੂੰ ਚੰਗੀਆਂ ਲੱਗਦੀਆਂ। ਸਭ ਕਹਿੰਦੇ ਕਿੱਥੋਂ ਦਾ ਨਿਆਂ ਹੈ? ਕਿ ਪੱਟ ਭਾਂਡਾ ਕਹੇ ਨਾ ਕੋਏ। ਪੱਟ ਕੱਪੜੇ ਨੂੰ ਕਹਿੰਦੇ ਆ। ਜਿਹੜੇ ਕੱਪੜੇ ਤਿਆਰ ਕੀਤੇ ਆ, ਇਹ ਕਿਹਨੇ ਤਿਆਰ ਕੀਤੇ ਆ? ਇਹ ਤਾਂ ਦੇਖਿਆ ਨਹੀਂ। ਗਰੀਬ ਨਾਲ ਨਫ਼ਰਤ ਕਰ ਲਈ, ਨੀਵੀਂ ਜਾਤਾਂ ਵਾਲਿਆਂ ਨਾਲ ਨਫ਼ਰਤ ਕਰ ਲਈ, ਪਰ ਇਹ ਤਾਂ ਦੇਖਿਆ ਨਹੀਂ ਵੀ ਕੱਪੜਾ ਕਿਹਨੇ ਬਣਾਇਆ। ਜਿਹੜਾ ਘਿਓ ਦਾ ਭਾਂਡਾ ਹੈ, ਉਸ ਭਾਂਡੇ ਵਿੱਚ ਘਿਓ ਕਿਹਨੇ ਪਾਇਆ? ਉਹ ਤਾਂ ਦੇਖਿਆ ਹੀ ਨਹੀਂ। ਜਾਂ ਜੋ ਵੀ ਖਾਣ ਵਾਲੇ ਪਦਾਰਥ ਨੇ, ਜੋ ਆਪਾਂ ਵਰਤਦੇ ਹਾਂ, ਉਹ ਸਭ ਕੁਝ ਅਸੀਂ ਲਿਆ ਪਰ ਦੇਖਿਆ ਨਹੀਂ। ਪਰ ਉੱਦਾਂ ਅਸੀਂ ਇਨਸਾਨ ਤੋਂ ਨਫ਼ਰਤ ਕਰਦੇ ਹਾਂ। ਗੁਰਬਾਣੀ ਸਾਡੇ ਅੰਦਰ ਦੀ ਨਫ਼ਰਤ ਨੂੰ ਮਿਟਾਉਂਦੀ ਹੈ। ਇੱਥੇ ਕਿਸੇ ਨਾਲ ਵਿਤਕਰਾ ਨਹੀਂ। ਇੱਥੇ ਆਉਣ ਲੱਗਿਆਂ ਪੁੱਛਿਆ ਨਹੀਂ ਜਾਂਦਾ ਤੂੰ ਕਿਹੜੀ ਬਰਾਦਰੀ ਦਾ ਹੈ, ਕਿਹੜੀ ਜਾਤ ਦਾ ਹੈ, ਕਿਹੜੇ ਧਰਮ ਦਾ ਹੈ, ਕਿਹੜੇ ਵਰਨ ਨਹੀਂ। ਜਿਹੜਾ ਆਇਆ ਉਹਨੂੰ ਹੱਥ ਜੋੜ ਕੇ ਕਿਹਾ ਜਾਂਦਾ ਵੀ ਲਿਆਓ ਜੀ, ਆਪਣੇ ਜੋੜੇ ਲਿਆਓ, ਅਸੀਂ ਰੱਖ ਦਈਏ। ਜਿਹੜਾ ਵੀ ਆਉਂਦਾ ਇੱਥੇ ਆ ਕੇ ਨਮਸਕਾਰ ਕਰਕੇ ਜਿੱਥੇ ਜਗ੍ਹਾ ਮਿਲਦੀ ਹੈ ਬੈਠ ਜਾਂਦਾ ਹੈ। ਇੱਥੇ ਵੱਖਰੀਆਂ ਲਾਈਨਾਂ ਨਹੀਂ ਬਣਾਈਆਂ, ਕਿਉਂਕਿ ਇਹ ਸਰਬ ਸਾਂਝਾ ਘਰ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾਂ ਕੋ ਸਾਂਝਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਭਗਤਾਂ ਵਾਸਤੇ ਸਾਰੇ ਹੀ ਇੱਕੋ ਜਿਹੇ ਨੇ, ਪਰ ਜਿਹੜੇ ਸੰਸਾਰੀ ਲੋਕ ਨੇ ਇਹ ਮਨਾਂ 'ਚ ਵਿਤਕਰੇ ਕਰਦੇ ਹਨ। ਕਹਿ ਪੱਟ ਭਾਂਡਾ ਕਹੇ ਨਾ ਕੋਏ। ਜਦੋਂ ਘਿਓ ਦਾ ਭਾਂਡਾ ਹੱਥ 'ਚ ਲੈਂਦੇ ਆ ਜਾਂ ਪੱਟ ਕੱਪੜੇ, ਉਦੋਂ ਤਾਂ ਕੋਈ ਕੁਝ ਨਹੀਂ ਆਖਦਾ। ਐਸਾ ਭਗਤ ਵਰਨ ਮਹਿ ਹੋਏ। ਇਸ ਲਈ ਕਹਿੰਦੇ ਜਿਹੜਾ ਇਹਨਾਂ ਸਾਰਿਆਂ ਤੋਂ ਉੱਪਰ ਉੱਠ ਗਿਆ, ਜਿਹੜਾ ਕੋਈ ਈਰਖਾ ਮਨ ਵਿੱਚ ਨਹੀਂ ਰੱਖਦਾ, ਨਫ਼ਰਤ ਨਹੀਂ ਰੱਖਦਾ, ਸਾਰਿਆਂ ਦੇ ਸਰੀਰ ਨਹੀਂ, ਸਰੀਰ ਦੇ ਅੰਦਰ ਰੱਬੀ ਜੋਤ ਨੂੰ ਵੇਖ ਕੇ ਕਹਿੰਦਾ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅਸੀਂ ਤਾਂ ਇੱਥੇ ਇੰਨੀ ਨਫ਼ਰਤ ਪਾਲ ਲਈ, ਅਸੀਂ ਕਹਿੰਦੇ ਵੀ ਇਹਨੂੰ ਮਾਰੋ ਕਿਉਂਕਿ ਇਹ ਫਲਾਣੀ ਬੋਲੀ ਬੋਲਦਾ ਹੈ। ਇਹ ਸਾਡੇ ਧਰਮ ਦੀ ਬੋਲੀ ਨਹੀਂ ਬੋਲਦਾ, ਜਿੱਥੇ ਅਸੀਂ ਰਹਿੰਦੇ ਹਾਂ ਸਾਡੇ ਮੁਲਕ ਦੀ ਬੋਲੀ ਨਹੀਂ ਬੋਲਦਾ, ਇਹਨੂੰ ਮਾਰੋ। ਅਸੀਂ ਇਸ ਰਾਹ ਤੁਰ ਪਏ। ਪਰ ਜਿਹੜੇ ਭਗਤ ਹੁੰਦੇ ਆ ਉਹ ਪਤਾ ਕੀ ਕਹਿੰਦੇ ਆ? ਉਹ ਕਹਿੰਦੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਕਹਿੰਦੇ ਸਾਰਿਆਂ ਦੇ ਘਟਾਂ ਵਿੱਚ ਰੱਬ ਬੋਲਦਾ ਹੈ, ਰੱਬ ਤੋਂ ਬਿਨਾਂ ਕੋਈ ਹੋਰ ਬੋਲਦਾ ਹੀ ਨਹੀਂ ਹੈ। ਇਹ ਭਗਤ ਦੀ ਅਵਸਥਾ ਹੈ। ਗੁਰੂ ਮਹਾਰਾਜ ਜੀ ਕਹਿੰਦੇ ਨੇ ਐਸਾ ਭਗਤ ਵਰਨ ਮੈਂ ਹੋਏ। ਐਸੇ ਭਗਤ ਵਿਰਲੇ ਹੁੰਦੇ ਨੇ ਜਿਹੜੇ ਰੱਬ ਜੀ ਦੇ ਨਾਲ ਜੁੜੇ ਹੁੰਦੇ ਹਨ। ਤੇਰਾ ਨਾਮ ਨਿਵੇ ਰਹੇ ਲਿਵ ਲਾਏ। ਬੜੀ ਵੱਡੀ ਗੱਲ ਗੁਰੂ ਸਾਹਿਬ ਨੇ ਕਹੀ ਇਸ ਸ਼ਬਦ ਵਿੱਚ, ਧਿਆਨ ਦੇ ਕੇ ਸੁਣਿਓ। ਤੇਰਾ ਨਾਮ ਨਿਵੇ, ਤੇਰੇ ਨਾਮ ਵਿੱਚ ਜਿਹੜੇ ਨਿਭ ਗਏ। ਪਰਮੇਸ਼ਵਰ ਦਾ ਨਾਮ ਸਾਨੂੰ ਨਿਮਰਤਾ ਵਿੱਚ ਰਹਿਣਾ ਸਿਖਾਉਂਦਾ ਹੈ। ਸੱਚੀ ਬਾਣੀ ਦਾ ਅਭਿਆਸ ਸਾਡੇ ਮਨ ਨੂੰ ਨੀਵਾਂ ਕਰਦਾ ਹੈ। ਸਾਡੇ ਮਨ ਵਿੱਚ ਨਿਮਰਤਾ ਆਵੇ, ਸਾਡਾ ਮਨ ਨੀਵਾਂ ਹੋ ਜਾਏ, ਸਾਡੇ ਮਨ ਵਿੱਚੋਂ ਆਕੜ ਹੋਵੇਂ, ਘਮੰਡ ਨਿਕਲ ਜਾਏ। ਜਿਹੜੇ ਤੇਰੇ ਨਾਮ ਵਿੱਚ ਰਤੇ ਹੋਏ ਨਿਭ ਗਏ ਨੇ, ਜਿਹੜੇ ਨਿਮਰਤਾ ਵਿੱਚ ਰਹਿਣ ਵਾਲੇ ਨੇ, ਰਹੇ ਲਿਵ ਲਾਏ, ਔਰ ਤੇਰੇ ਨਾਲ ਲਿਵ ਲਾ ਕੇ ਰਹਿੰਦੇ ਹਨ। ਬੜੇ ਧਿਆਨ ਨਾਲ ਸਮਝਿਓ ਪੰਕਤੀ ਨੂੰ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇਰੇ ਨਾਮ ਨਿਵੇ, ਜਿਹੜੇ ਤੇਰੇ ਨਾਮ ਵਿੱਚ ਰੰਗੀਆਂ ਹੋਈਆਂ ਰੂਹਾਂ, ਜਿਹੜੀਆਂ ਰੰਗ ਰਤੜੀਆਂ ਰੂਹਾਂ ਮਨ ਕਰਕੇ ਨੀਵੀਆਂ ਹੋ ਗਈਆਂ ਨੇ, ਔਰ ਤੇਰੇ ਨਾਲ ਸੁਰਤ ਜੋੜ ਕੇ ਬੈਠੀਆਂ ਹਨ। ਨਾਨਕ ਤਿੰਨ ਦਰ ਭੀਖਿਆ ਪਾਏ। ਕਹਿੰਦੇ ਮੈਨੂੰ ਉਹਨਾਂ ਦੇ ਦਰ ਤੇ ਬਿਠਾ ਕੇ ਤੇ ਮੇਰੀ ਝੋਲੀ ਵਿੱਚ ਇਹ ਖੈਰ ਪਾ ਦੇ। ਉਹਨਾਂ ਦੇ ਦਲ ਤੇ ਦਾ ਮਤਲਬ ਉਹਨਾਂ ਦੀ ਸੰਗਤ ਵਿੱਚ ਬਿਠਾ ਕੇ। ਸਾਨੂੰ ਧੂੜੀ ਕਿਹਦੀ ਮੰਗਣ ਨੂੰ ਕਿਹਾ? ਮਹਾਰਾਜ ਕਹਿੰਦੇ ਜਿਹੜੇ ਅੰਦਰੋਂ ਜਿਹੜੇ ਰੰਗ ਰਤੜੀਆਂ ਰੂਹਾਂ ਨੇ, ਆ ਬਾਹਰੋਂ ਚੋਲੇ ਤਾਂ ਹਰ ਕੋਈ ਰੰਗ ਲੈਂਦਾ ਹੈ, ਬਾਹਰ ਦਾ ਪਖੰਡ ਤਾਂ ਹਰ ਕੋਈ ਰਚ ਲੇਗਾ, ਆ ਬਾਹਰ ਦਾ ਧਰਮ ਦਾ ਪਹਿਰਾਵਾ ਤਾਂ ਜਣਾ ਖਣਾ ਪਾ ਕੇ ਕਹੇਗਾ ਮੈਂ ਧਰਮੀ ਹਾਂ, ਪਰ ਗੱਲ ਤੇ ਅੰਦਰ ਦੀ ਆ ਵੀ ਅੰਦਰ ਕਿੰਨੇ ਕੋ ਧਰਮ ਦੇ ਗੁਣ ਲਈ ਬੈਠਾ ਹੈ, ਅੰਦਰੋਂ ਕਿੰਨਾ ਕੁ ਰੰਗਿਆ। ਮਹਾਰਾਜ ਕਹਿੰਦੇ ਬਾਹਰ ਦੇ ਚੋਲੇ ਰੰਗ ਕੇ ਸੰਗਤ ਨਾ ਕਰਿਆ ਕਰੋ। ਜੇ ਸੰਗਤ ਕਰਨੀ ਹੈ ਤੇ ਅੰਦਰ ਦੀ ਰੰਗਤ ਵੇਖ ਕੇ ਕਰਿਆ ਕਰੋ। ਜਦੋਂ ਅੰਦਰ ਦੀ ਰੰਗਤ ਵੇਖ ਕੇ ਕਰੋਗੇ ਨਾ ਸੰਗਤ, ਫਿਰ ਤੁਸੀਂ ਧੋਖਾ ਨਹੀਂ ਖਾਓਗੇ, ਫਿਰ ਤੁਹਾਡੀ ਜ਼ਿੰਦਗੀ ਵਿੱਚ ਬਖਸ਼ਿਸ਼ਾਂ ਆਉਣਗੀਆਂ। ਮਹਾਰਾਜ ਨੇ ਆਖਿਆ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਸਾਨੂੰ ਉਹਨਾਂ ਦੀ ਧੂੜੀ ਚਾਹੀਦੀ ਹੈ ਜਿਹੜੇ ਅੰਦਰੋਂ ਨਾਮ ਦੇ ਰੰਗ ਵਿੱਚ ਰੰਗੇ ਹੋਏ ਨੇ। ਇਸ ਲਈ ਸਾਹਿਬ ਜੀ ਨੇ ਆਖਿਆ ਜਿਹੜੇ ਤੇਰੇ ਨਾਮ ਵਿੱਚ ਨਿਭ ਗਏ, ਉਹਨਾਂ ਦੇ ਦਰ ਤੇ ਭਾਵ ਉਹਨਾਂ ਦੀ ਸੰਗਤ ਵਿੱਚ ਬਿਠਾ ਕੇ ਮੇਰੀ ਝੋਲੀ ਵਿੱਚ ਭਿੱਖਿਆ ਪਾ ਦਿਓ, ਮੇਰੀ ਝੋਲੀ ਵਿੱਚ ਖੈਰ ਪਾ ਦਿਓ। ਖੈਰ ਕਿਹੜੀ ਪਾਉਣੀ ਹੈ? ਕਰ ਕਾਸਾ ਦਰਸ਼ਨ ਕੀ ਭੂਖ, ਮੈਂ ਦਰ ਮੰਗੋ ਨੀਤਾ ਨੀਤਾ। ਮੈਂ ਜਿਹੜੀ ਤੁਹਾਡੇ ਦਰਸ਼ਨਾਂ ਦੀ ਭੁੱਖ ਲੈ ਕੇ ਆਇਆ, ਇਹ ਵਾਹਿਗੁਰੂ ਜੀ ਮੈਨੂੰ ਆਪਣੇ ਪਿਆਰਿਆਂ ਦੀ ਸੰਗਤ ਵਿੱਚ ਬਿਠਾ ਕੇ ਇਹ ਸੰਗਤ ਦੇ ਸਦਕੇ ਹੀ ਮੇਰੀ ਝੋਲੀ ਵਿੱਚ ਆਪਣੇ ਦਰਸ਼ਨਾਂ ਦੀ ਖੈਰ ਪਾ ਦਿਓ, ਤਾਂ ਕਿ ਮੈਂ ਤੁਹਾਡੇ ਦਰਸ਼ਨ ਕਰਕੇ ਰੱਜ ਜਾਵਾਂ, ਤ੍ਰਿਪਤ ਹੋ ਜਾਵਾਂ, ਮੈਂ ਆਪਣੇ ਅੰਦਰ ਦੀ ਭੁੱਖ ਮਿਟਾ ਲਵਾਂ। ਹੁਣ ਇਹ ਸ਼ਬਦ ਕਦੋਂ ਉਚਾਰਿਆ? ਜਦੋਂ ਬਾਬਰ ਨੇ ਭੰਗ ਦਾ ਪਿਆਲਾ ਅੱਗੇ ਰੱਖਿਆ। ਸਾਹਿਬ ਕਹਿੰਦੇ ਬਾਬਰ ਤੇਰੇ ਇਸ ਭੰਗ ਦੀ ਸਾਨੂੰ ਲੋੜ ਨਹੀਂ, ਕਿਉਂਕਿ ਅਸੀਂ ਉਹਦਾ ਭੈ, ਉਹਦਾ ਡਰ, ਉਹਦਾ ਅਦਬ ਸਤਿਕਾਰ ਨੂੰ ਹੀ ਆਪਣੇ ਅੰਦਰ ਭੰਗ ਬਣਾਇਆ। ਅਸੀਂ ਉਹਦੇ ਨਾਮ ਦੀ ਖੁਮਾਰੀ ਵਿੱਚ ਰਹਿੰਦੇ ਹਾਂ। ਇਹ ਵੀ ਧਿਆਨ ਰੱਖਿਓ, ਜਿਹਨੂੰ ਨਾਮ ਦਾ ਨਸ਼ਾ ਹੋ ਜਾਏ ਉਹ ਦੂਜੀਆਂ ਨਸ਼ਿਆਂ ਦੇ ਸਵਾਦ ਨਹੀਂ ਲੈਂਦਾ, ਤੇ ਜਿਹਨੂੰ ਦੂਜਿਆਂ ਦੇ ਨਸ਼ੇ ਦੇ ਸਵਾਦ ਲੱਗੇ ਨੇ ਉਹ ਨਾਮ ਦਾ ਸਵਾਦ ਨਹੀਂ ਲੈ ਸਕਦਾ। ਦੋਵੇਂ ਇਕੱਠੇ ਨਹੀਂ ਹੋ ਸਕਦੇ।
ਜਿਹਨੇ ਨਾਮ ਦਾ ਸਵਾਦ ਚੱਖ ਲਿਆ ਉਹ ਹੋਰ ਸਵਾਦ ਨਹੀਂ ਚੱਖਦਾ, ਜਿਹੜੇ ਹਜੇ ਵੀ ਹੋਰ ਸਵਾਦ ਚੱਖਦਾ ਹੈ, ਉਹਨੇ ਹਜੇ ਪਰ ਨਾਮ ਦਾ ਸਵਾਦ ਨਹੀਂ ਚੱਖਿਆ। ਇਸ ਲਈ ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਉ ਤੇਰਾ ਭਾਂਗ ਖੱਲੜੀ ਮੇਰਾ ਚੀਤ, ਇਹ ਸ਼ਬਦ ਉਚਾਰਨ ਕਰਕੇ ਬਾਬਰ ਨੂੰ ਸੁਣਾਇਆ ਹੈ। ਇਸ ਬਿਦ ਸੁਣ ਬਾਬਰ ਤਬੈ ਬੰਧਨ ਕੀਏ ਕਰ ਬੰਦ। ਜਦੋਂ ਇਸ ਤਰੀਕੇ ਦੇ ਨਾਲ ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਬਾਬਰ ਨੇ ਸੁਣਿਆ ਤੇ ਦੋਵੇਂ ਹੱਥ ਜਿਹੜੇ ਇਹਦੇ ਜੁੜ ਗਏ ਹਨ। ਬੋਲਿਓ ਦੀਨ ਵਿਸ਼ਾਲ ਹੋਵੇ ਅਵਲੋਕਤ ਸੁਖ ਕੰਦ। ਸੁੱਖਾਂ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਵੱਲ ਵੇਖ ਕੇ ਬਾਬਰ ਜਿਹੜਾ ਆਪਣੇ ਮੁਖ ਤੋਂ ਬੋਲਿਆ ਹੈ, ਮੈਂ ਜਾਣੇ ਅਬ ਨਿਸ਼ਚੈ ਕਰਕੇ ਕਹਿਣ ਲੱਗੇ ਮੈਨੂੰ ਪੂਰਾ ਯਕੀਨ, ਪੂਰਾ ਨਿਸ਼ਚਾ ਜਿਹੜਾ ਹੋ ਗਿਆ ਹੈ। ਤੁਮ ਖੁਦਾਏ ਵਿਚਰਤ ਤਨ ਧਰ ਕੇ। ਪਹਿਲਾਂ ਬਾਬਰ ਨੇ ਕਿਹਾ ਸੀ ਵੀ ਤੁਸੀਂ ਆਪ ਖੁਦਾ ਹੋ ਕੇ ਖੁਦਾ ਦੇ ਬੰਦੇ ਹੋ, ਪਰ ਇਸ ਸ਼ਬਦ ਤੋਂ ਬਾਅਦ ਬਾਬਰ ਕਹਿੰਦਾ ਮੈਨੂੰ ਯਕੀਨ ਹੋ ਗਿਆ ਵੀ ਤੁਸੀਂ ਹੀ ਖੁਦਾ ਹੋ, ਖੁਦਾ ਹੀ ਰੱਬ ਹੀ ਇਹ ਤਨ ਧਾਰ ਕੇ ਆਇਆ ਹੈ। ਤੀਜੇ ਬਾਰ ਮੋਕੋ ਅਬ ਐਸਾ ਹੈ, ਜੇ ਤੁਸੀਂ ਮੈਨੂੰ ਕੁਝ ਦੇਣਾ ਚਾਹੁੰਦੇ ਹੋ ਤੇ ਮੈਨੂੰ ਆਹ ਬਰ ਇਹ ਬਖਸ਼ਿਸ਼ ਦੇ ਦੇਵੋ। ਜਗ ਪਾਤਸ਼ਾਹ ਹੋਵੋ ਮੈਂ ਜੈਸੇ। ਮੈਂ ਜਗਤ ਵਿੱਚ ਜਦੋਂ ਤੱਕ ਰਵਾਂ ਪਾਤਸ਼ਾਹ ਬਣ ਕੇ ਰਹਿਣਾ ਚਾਹੁੰਦਾ ਹਾਂ। ਕੁਰਸੀ ਅਪਰ ਬਕੁਰਸੀ ਤਾਈ। ਔਰ ਇਹ ਨਹੀਂ ਕਿ ਮੈਂ ਕੁਰਸੀ ਬਾ ਕੁਰਸੀ, ਮੇਰੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ, ਮੇਰੇ ਪੁੱਤ ਪੋਤੇ ਪੜਪੋਤਰੇ, ਇਹ ਸਾਰੇ ਦੇ ਸਾਰੇ ਹੀ ਪਾਤਸ਼ਾਹੀਆਂ ਮੰਨਣ ਵਾਲੇ ਹੋਵਣ। ਭੋਗੇ ਪਾਤਸ਼ਾਹੀ ਸੁਖ ਪਾਈ। ਇਹ ਸਾਰੇ ਹੀ ਮੇਰੀ ਆਉਣ ਵਾਲੀ ਕੁਰਸੀ ਬਾ ਕੁਰਸੀ ਤੇ ਬੈਠਣ ਵਾਲੇ ਸਾਰੇ ਹੀ ਪਾਤਸ਼ਾਹੀਆਂ ਭੋਗਣ। ਇੱਕ ਗੱਲ ਨੋਟ ਕੀਤੀ ਕਿ ਬਾਬੇ ਅੱਗੇ ਝੁੱਕ ਕੇ ਇਹ ਮੰਗ ਰਿਹਾ ਤੇ ਅਸੀਂ ਬਾਬੇ ਦਾ ਦਰ ਛੱਡ ਕੇ ਦੂਜਿਆਂ ਦੇ ਦਰਾਂ ਮੰਗਣ ਤੁਰ ਪਏ, ਕਿਉਂਕਿ ਸਾਨੂੰ ਸਮਝ ਨਹੀਂ ਆਈ ਨਾ ਸਭ ਤੋਂ ਵੱਡਾ ਸਤਿਗੁਰੂ ਨਾਨਕ, ਸਾਨੂੰ ਸਮਝ ਨਹੀਂ ਆਈ ਏਡਾ ਵੱਡਾ ਪੀਰ ਸਾਡੇ ਸਾਹਮਣੇ ਤੇ ਅਸੀਂ ਹੋਰ ਪੀਰ ਮਨਾਉਣ ਤੁਰ ਪਏ। ਸਾਨੂੰ ਨਾ ਸਮਝ ਹੋਣ ਕਰਕੇ ਬਾਬਰ ਨੂੰ ਸਮਝ ਆਈ, ਕਹਿੰਦਾ ਬਾਬਾ ਜੀ ਮੇਰੇ ਤੇ ਕਿਰਪਾ ਕਰ ਦਿਓ, ਮੈਂ ਕੁਰਸੀ ਬਾ ਕੁਰਸੀ ਪਾਤਸ਼ਾਹੀਆਂ ਭੋਗਣਾ ਚਾਹੁੰਦਾ, ਮੇਰੀ ਝੋਲੀ 'ਚ ਇਹ ਬਖਸ਼ਿਸ਼ ਪਾ ਦਿਓ। ਚਾਰ ਪਦਾਰਥ ਤੁਮ ਕਰ ਮਾਹੀ। ਕਿਉਂਕਿ ਚਾਰ ਪਦਾਰਥ ਤੁਹਾਡੇ ਹੱਥ ਵਿੱਚ ਨੇ, ਚਾਹ ਕਾਮ ਧਰਮ ਅਰਥ ਕਾਮ ਮੋਕਸ਼, ਇਹ ਚਾਰੇ ਪਦਾਰਥ ਤੁਹਾਡੇ ਹੱਥ ਵਿੱਚ ਨੇ, ਇਸ ਲਈ ਤੁਹਾਡੇ ਹੱਥਾਂ 'ਚ ਜਿਹੜੀ ਦਾਤ ਹੈ ਮੇਰੀ ਝੋਲੀ 'ਚ ਪਾ ਦਿਓ। ਜੇ ਅੱਜ ਆਪਾਂ ਪੁੱਛਣਾ ਹੋਵੇ ਵੀ ਮਹਾਰਾਜ ਜੀ ਚਾਰ ਪਦਾਰਥ ਲੈਣੇ ਆ ਕੀ ਕਰੀਏ, ਸਭ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲੱਗੈ। ਗੁਰਮੁਖਾਂ ਦੀ ਸੇਵਾ ਵਿੱਚ ਜੁੜੋ ਜੇ ਲੈਣੀਆਂ ਨੇ ਦਾਤਾਂ ਤਾਂ। ਇਸ ਲਈ ਸਾਹਿਬ ਜੀ ਨੂੰ ਆਖਿਆ ਮਹਾਰਾਜ ਤੁਹਾਡੇ ਹੱਥ ਵਿੱਚ ਚਾਰ ਪਦਾਰਥ ਹਨ, ਦੇਵੋ ਆਪ ਦੇਰ ਕੁਛ ਨਾਹੀ। ਬਿਨਾਂ ਦੇਰੀ ਲਾਇਆ ਇਹ ਖੈਰ ਮੇਰੀ ਝੋਲੀ ਵਿੱਚ ਪਾ ਦਿਓ। ਮਹਾਪੁਰਖ ਹੋਏ ਅਦਕ ਉਦਾਰਾ। ਤੁਸੀਂ ਬੜੇ ਵੱਡੇ ਦਿਲ ਵਾਲੇ ਹੋ, ਮਹਾਪੁਰਖ ਹੋ। ਕਰਹਿ ਰੰਕ ਤੇ ਅਤ ਸਿਰਦਾਰਾ। ਮੈਨੂੰ ਸਮਝ ਆ ਗਈ ਹੈ ਕਿ ਤੁਸੀਂ ਰੰਕ ਤੋਂ ਰਾਉ ਕਰ ਦੇਣ ਵਾਲੇ ਹੋ, ਮੈਨੂੰ ਸਮਝ ਆ ਗਈ ਤੁਸੀਂ ਛੋਟੇ ਨੂੰ ਵੱਡਾ ਕਰ ਦੇਣ ਵਾਲੇ ਹੋ। ਤ੍ਰਿਪਤੇ ਰੰਕ ਬਣਾਵੇ ਤੂਰਨ। ਮੈਨੂੰ ਸਮਝ ਆ ਗਈ ਕਿ ਤੁਸੀਂ ਰਾਜੇ ਨੂੰ ਭਿਖਾਰੀ ਤੇ ਭਿਖਾਰੀ ਨੂੰ ਰਾਜਾ ਬਣਾ ਸਕਦੇ ਹੋ। ਤੁਹਾਡੇ ਵਾਸਤੇ ਤਾਂ ਪੱਲ ਦੀ ਖੇਡ ਹੈ, ਤੁਸੀਂ ਖਾਲੀ ਨੂੰ ਭਰ ਸਕਦੇ ਹੋ, ਭਰਿਆਂ ਨੂੰ ਖਾਲੀ ਕਰ ਸਕਦੇ ਹੋ। ਇਹ ਤੁਹਾਡੇ ਹੱਥ ਵਿੱਚ ਇੰਨੀ ਪਾਵਰ ਹੈ। ਇਸ ਪ੍ਰਕਾਰ ਕੇ ਤੁਮ ਪ੍ਰਭ ਪੂਰਨ। ਕਿਉਂਕਿ ਤੁਸੀਂ ਆਪ ਖੁਦਾ ਹੋ, ਰੱਬ ਹੋ, ਸਰਬ ਕਲਾ ਸਮਰੱਥ ਹੋ। ਜੇ ਪਰ ਸੰਤਾ ਰਾਵਰ ਕੇਰੀ। ਕਹਿੰਦੇ ਜਿੰਨੀ ਵੀ ਤੁਹਾਡੀ ਪ੍ਰਸ਼ੰਸਾ ਕਰ ਲਵਾਂ ਪੂਰਨ ਚਹੋ ਕਾਮਨਾ ਮੇਰੀ। ਉਨੀ ਹੀ ਥੋੜੀ ਹੋਏਗੀ, ਪਰ ਮੇਰੀ ਜਿਹੜੀ ਇੱਛਾ ਹੈ, ਮੇਰੀ ਜਿਹੜੀ ਮੰਗ ਹੈ, ਉਹਨੂੰ ਆਪ ਜੀ ਪੂਰਾ ਕਰ ਦੇਵੋ। ਜੋ ਜਾਚਿਓ ਸੋਈ ਅਬ ਦੀਜੈ। ਜੋ ਮੈਂ ਤੁਹਾਡੇ ਕੋਲੋਂ ਜਾਚਿਓ ਮੰਗਿਆ ਹੈ ਕਿ ਮੈਂ ਵੀ ਪਾਤਸ਼ਾਹੀ ਭੋਗਾਂ, ਮੇਰੇ ਆਉਣ ਵਾਲੀਆਂ ਪੀੜ੍ਹੀਆਂ ਵੀ ਪਾਤਸ਼ਾਹੀਆਂ ਜਿਹੜੀਆਂ ਉਹ ਭੋਗਣ, ਇਹ ਦਾਤ ਮੈਨੂੰ ਦੇ ਦੇਵੋ। ਮਹਾਪੁਰਖ ਜੀ ਕਰੁਣਾ ਕੀਜੈ। ਇਹ ਮਹਾਪੁਰਖ ਜੀ, ਇਹ ਰੱਬ ਜੀ, ਖੁਦਾ ਜੀ, ਮੇਰੇ ਤੇ ਆਪਣੀ ਕਿਰਪਾ ਕਰ ਦੇਵੋ। ਕਿਰਪਾ ਦ੍ਰਿਸ਼ਟ ਅਵਲੋਕ ਕਹਿ ਬੋਲਤ ਪੇ ਸਤ ਪਾਏ। ਕਿਰਪਾ ਭਰੀ ਨਜ਼ਰ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਬਾਬਰ ਵੱਲ ਵੇਖਦਿਆਂ ਹੋਇਆਂ ਇਹ ਗੱਲ ਆਖੀ ਹੈ। ਜਗ ਪਾਤਸ਼ਾਹੀ ਭੋਗ ਹੋ ਜਬ ਲਗ ਕਰੋ ਨਿਆਏ। ਇਹ ਗੱਲਾਂ ਬੜੇ ਧਿਆਨ ਨਾਲ ਸੁਣਨਾ। ਮਹਾਰਾਜ ਕਹਿੰਦੇ ਨੇ ਬਾਬਰ ਚਿੰਤਾ ਨਾ ਕਰ, ਜਗ ਪਾਤਸ਼ਾਹੀ ਭੋਗੋ ਜਬ ਲਗ ਕਰੋ ਨਿਆਏ। ਜਿੰਨਾ ਚਿਰ ਤੁਸੀਂ ਨਿਆਂ ਕਰੋਗੇ, ਕਿਸੇ ਤੇ ਧੱਕਾ ਨਹੀਂ ਕਰੋਗੇ, ਅਤਿਆਚਾਰ ਨਹੀਂ ਕਰੋਗੇ, ਜ਼ੁਲਮ ਨਹੀਂ ਕਰੋਗੇ, ਪਾਪ ਨਹੀਂ ਕਰੋਗੇ, ਜੇ ਤੁਸੀਂ ਆਪਣਾ ਜੀਵਨ ਇਮਾਨਦਾਰੀ ਵਾਲਾ ਜੀਓਗੇ ਤਾਂ ਫਿਰ ਪਾਤਸ਼ਾਹੀਆਂ ਜਦੋਂ ਤੱਕ ਮਰਜ਼ੀ ਭੋਗ ਲਓ। ਸਾਹਿਬ ਨੇ ਆਖਿਆ ਜਿੰਨਾ ਚਿਰ ਨਿਆਂ ਹੋਏਗਾ ਤੁਹਾਡੇ ਘਰ ਵਿੱਚ, ਜਿੰਨਾ ਚਿਰ ਇਨਸਾਫ ਹੋਏਗਾ ਤੁਹਾਡੇ ਘਰ ਵਿੱਚ, ਜਿੰਨਾ ਚਿਰ ਸੱਚ ਦੀ ਆਵਾਜ਼ ਤੁਹਾਡੇ ਘਰ 'ਚ ਹੋਏਗੀ, ਤੁਸੀਂ ਪਾਤਸ਼ਾਹੀਆਂ ਜਦੋਂ ਤੱਕ ਭੋਗਣਾ ਚਾਹੋ ਭੋਗ ਲੈਣਾ। ਜਬ ਤੁਮਰੀ ਕੁਲ ਨਿਆਏ ਨਾ ਹੋਵੇ। ਪਰ ਜਦੋਂ ਤੁਹਾਡੇ ਤੇ ਤੁਹਾਡੀ ਕੁੱਲ ਵਿੱਚ ਕਿਸੇ ਨੇ ਨਿਆਂ ਨਾ ਕੀਤਾ, ਅਤਿਆਚਾਰ ਕੀਤਾ, ਜ਼ੁਲਮ ਕੀਤਾ, ਤਾਂ ਮਹਾਰਾਜ ਜੀ ਕਹਿਣ ਲੱਗੇ ਪਾਤਸ਼ਾਹਿਤ ਸਗਰੀ ਸੁਖ ਹੋਵੇ। ਫਿਰ ਤੁਹਾਡੀ ਜੜ ਪੁੱਟੀ ਜਾਣੀ ਆ, ਫਿਰ ਤੁਹਾਡੀ ਜੜ ਜਿਹੜੀ ਆ ਉਹ ਪੁੱਟੀ ਜਾਏਗੀ। ਫਿਰ ਤੁਸੀਂ ਰਾਜ ਭੋਗਣਾ ਤੇ ਛੱਡੋ, ਪਾਤਸ਼ਾਹੀਆਂ ਮੰਨਣੀਆਂ ਤੇ ਛੱਡੋ, ਤੁਹਾਡੀ ਜੜ ਪੁੱਟੀ ਜਾਏਗੀ। ਪੁੱਟੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਸਭ ਕਹਿੰਦੇ ਅੱਜ ਇਹਨਾਂ ਦੀ ਜੜ ਪੁੱਟੀ ਗਈ ਆ। ਜਾਂ ਹਿਮਾਯੂ ਵੇਲੇ ਹੀ ਜਿਹੜਾ ਇਹ ਕਹਿਣ ਲੱਗੇ ਜਦੋਂ ਹਾਰ ਖਾ ਕੇ ਆਇਆ ਗੁਰੂ ਅੰਗਦ ਸਾਹਿਬ ਜੀ ਕੋਲ, ਇਹੀ ਸਵਾਲ ਦਾ ਜਵਾਬ ਲੈਣ ਆਇਆ ਸੀ ਕਿ ਗੁਰੂ ਨਾਨਕ ਜੀ ਨੇ ਤੇ ਕਿਹਾ ਸੀ ਬਾਬਰ ਨੂੰ ਕਿ ਪਾਤਸ਼ਾਹੀਆਂ ਭੋਗੋ, ਇਹ ਤੇ ਹਜੇ ਦੂਜੀ ਵਾਰੀ ਆਈ ਆ ਮੇਰੀ ਹਿਮਾਯੂ ਦੀ, ਤੇ ਰਾਜ ਭਾਗ ਮੇਰੇ ਤੋਂ ਚਲਾ ਗਿਆ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਦੱਸਿਆ ਸੀ ਕਿ ਗੁਰੂ ਨਾਨਕ ਜੀ ਨੇ ਇੱਕ ਗੱਲ ਕਹੀ ਸੀ ਕਿ ਜੇ ਨਿਆਂ ਕਰੋਗੇ, ਇਨਸਾਫ ਕਰੋਗੇ, ਇਨਸਾਨ ਨੂੰ ਇਨਸਾਨ ਸਮਝੋਗੇ ਤਾਂ ਪਾਤਸ਼ਾਹੀਆਂ ਭੋਗੋਗੇ। ਤੇ ਜਿਸ ਦਿਨ ਤੁਹਾਡੇ ਦਰਬਾਰ 'ਚ ਨਿਆਂ ਨਾ ਹੋਇਆ, ਕਿਸੇ ਤੇ ਜ਼ੁਲਮ ਹੋਇਆ, ਪਾਪ ਹੋਇਆ, ਤਾਂ ਤੁਹਾਡੀ ਜੜ ਜਿਹੜੀ ਆ ਉਹ ਮੁੱਕ ਜਾਏਗੀ, ਤੁਹਾਡੀ ਜੜ ਪੁੱਟੀ ਜਾਵੇਗੀ। ਦੇਸ਼ ਵਿਦੇਸ਼ ਜੀਤ ਬਹੁ ਧਰਨੀ। ਸਭ ਕਹਿੰਦੇ ਨੇ ਜੇ ਤੁਸੀਂ ਨਿਆਂ ਕਰੋਗੇ ਫਿਰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਰਾਜ ਭੋਗੋਗੇ, ਪੁੰਚੋ ਰਾਜ ਕਰੋ ਬਲ ਕਰਨੀ। ਆਪਣਾ ਰਾਜ ਵੀ ਭੋਗੋਗੇ ਤੇ ਤੁਹਾਡਾ ਬਲ, ਤੁਹਾਡੀ ਤਾਕਤ ਵੀ ਵਧੇਗੀ। ਸੁਣ ਬਾਬਰ ਕਰ ਹਰਖ ਅਪਾਰਾ। ਬਾਬਰ ਸੁਣ ਕੇ ਬੜਾ ਖੁਸ਼ ਹੋਇਆ ਕਿ ਬਾਬੇ ਨਾਨਕ ਜੀ ਨੇ ਇਹ ਬਚਨ ਕਹਿ ਦਿੱਤੇ ਹਨ। ਪਦ ਪੰਕਜ ਬੰਦੇ ਬਹੁ ਬਾਰਾ। ਉਸੇ ਵੇਲੇ ਦੋਨੋਂ ਹੱਥ ਜੋੜ ਬਾਬਰ ਨੇ ਬਾਬੇ ਅੱਗੇ ਸਿਰ ਝੁਕਾ ਦਿੱਤਾ ਪ੍ਰੇਮ ਹੋਏ ਕਾ ਬਿਨਾਂ ਬਖਾਨੀ। ਔਰ ਬੜਾ ਨਿਮਰਤਾ ਵਿੱਚ ਆ ਕੇ ਕਹਿੰਦਾ ਹੈ ਧੰਨ ਧੰਨ ਪ੍ਰਭ ਸਤਿਗੁਣ ਖਾਨੀ। ਤੁਸੀਂ ਧੰਨ ਹੋ, ਧੰਨ ਹੋ, ਧੰਨ ਹੋ, ਗੁਣ ਖਾਨੀ, ਗੁਣਾਂ ਦੇ ਮਾਲਕ, ਬਖਸ਼ਿਸ਼ਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ। ਤੁਸੀਂ ਧੰਨ 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 ਹੋ ਜੋ ਏਡੀਆਂ ਵੱਡੀਆਂ ਬਖਸ਼ਿਸ਼ਾਂ ਮੇਰੀ ਝੋਲੀ ਵਿੱਚ ਪਾ ਦਿੱਤੀਆਂ। ਤਬ ਸੈਨਾ ਕੇ ਨਰ ਸਭ ਆਏ। ਫਿਰ ਇਹਨੇ ਸਾਰੀ ਸੈਨਾ ਨੂੰ ਆਖਿਆ ਵੀ ਵਾਰੀ ਵਾਰੀ ਸਾਰੇ ਹੀ ਬਾਬੇ ਨਾਨਕ ਦੇ ਚਰਨਾਂ ਵਿੱਚ ਝੁਕ ਜਾਵੋ। ਦਰਸ਼ ਕਰੇ ਚਰਨਨ ਲਪਟਾਏ। ਸਾਰਿਆਂ ਨੇ ਆ ਕੇ ਵਾਰੀ ਵਾਰੀ ਦਰਸ਼ਨ ਕੀਤੇ ਔਰ ਚਰਨਾਂ ਵਿੱਚ, ਕਹਿੰਦੇ ਲਿਪਟ ਦਾ ਮਤਲਬ ਚਰਨਾਂ 'ਚ ਝੁਕ ਰਹੇ ਹਨ। ਚੌਂਦੇਸ਼ ਪੀਰ ਪੂਰ ਤਬ ਹੋਈ। ਚਾਰੇ ਪਾਸੇ ਤੋਂ ਇਕੱਠ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਧੰਨ ਧੰਨ ਕਹਿੰਦੇ ਆ, ਸੀਸ ਝੁਕਾ ਰਹੇ ਨੇ ਸਾਰੇ। ਹੁਣ ਇਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਕਹਿਣਾ ਵੀ ਜਿੰਨੇ ਵੀ ਬੰਦੀ ਨੇ ਨਾ ਉਹਨਾਂ ਸਾਰਿਆਂ ਨੂੰ ਛੱਡ ਦੇ। ਫਿਰ ਗੁਰੂ ਸਾਹਿਬ ਜੀ ਨੇ ਇਹਨਾਂ ਸਾਰਿਆਂ ਨੂੰ ਰਿਹਾ ਕਰਵਾਉਣ ਤੋਂ ਬਾਅਦ ਫਿਰ ਕਿਵੇਂ ਅੱਗੇ ਮਹਾਰਾਜ ਜੀ ਹੋਰ ਸ਼ਬਦ ਉਚਾਰਦੇ ਆ ਉਹ ਅਗਲੇਰੇ ਸਮੇਂ ਵਿੱਚ ਆਪਾਂ ਜਾਣਨ ਦਾ ਯਤਨ ਕਰਾਂਗੇ। ਅੱਜ ਦਾ ਸਮਾਂ ਸਮਾਪਤ ਹੈ। ਜੇ ਬਾਬਰ ਵਰਗਾ ਜਦੋਂ ਆਇਆ ਸੀ ਉਦੋਂ ਮਹਾਰਾਜ ਨੇ ਕਿਹਾ ਸੀ ਪਾਪ ਕੀ ਜੰਜ ਲੈ ਕਾਬਲੋਤ ਆਇਆ,
ਪਰ ਜਦੋਂ ਇਹਨੂੰ ਸਮਝ ਆ ਗਈ, ਐਡਾ ਵੱਡਾ ਬਾਬਰ ਬਾਬੇ ਨਾਨਕ ਜੀ ਅੱਗੇ ਝੁੱਕ ਕੇ ਕਹਿੰਦਾ ਮੇਰੀ ਝੋਲੀ 'ਚ ਖੈਰ ਪਾ ਦਿਓ, ਤੇ ਅਸੀਂ ਫਿਰ ਇੰਨੇ ਵੱਡੇ ਦਰ ਨੂੰ ਛੱਡ ਕੇ ਕਿਉਂ ਐਵੇਂ ਅਧੂਰੀਆਂ ਥਾਵਾਂ ਤੇ ਭਟਕੀਏ? ਇਸ ਦਰ ਤੇ ਆ ਕੇ ਕਹੀਏ ਮਹਾਰਾਜ ਸਾਨੂੰ ਆਪਣੇ ਘਰ ਦੇ ਗੋਲੇ ਬਣਾ ਲਓ, ਅਸੀਂ ਤੁਹਾਡੇ ਘਰ ਦੇ ਗੋਲੇ ਸੇਵਕ ਬਣ ਕੇ ਇਸ ਦੁਨੀਆ ਦੀ ਨਹੀਂ, ਅਸੀਂ ਉਸ ਜਹਾਨ ਦੀਆਂ ਖੁਸ਼ੀਆਂ ਵੀ ਲੈਣਾ ਚਾਹੁੰਦੇ ਹਾਂ ਜਿਹਦੇ ਵਿੱਚ ਲੋਕ ਪਰਲੋਕ ਸਾਡਾ ਸੁਖੀ ਹੋ ਜਾਏ। ਬਸ ਇੱਕ ਕਿਰਪਾ ਸਾਡੀ ਤੇ ਕਰ ਦਿਓ। ਨਾਨਕ ਘਰ ਕੇ ਗੋਲੇ, 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 ਨਾਨਕ ਘਰ ਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੋਹੇਲੇ, ਤੁਮ ਹੀ ਸੱਜਣ ਸੋਹੇਲੇ, ਤੁਮ ਹੀ ਸਜਣ ਸੋਹੇਲੇ, ਤੁਮ ਹੀ ਸਜਣ ਸੋਹੇਲੇ। ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਇਆਲਾ, ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਅਰਦਾਸ ਕਰੀਏ, ਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ 'ਚ ਜੁੜੀਏ, ਬਾਣੇ ਬਾਣੀ ਦੇ ਧਾਰਨੀ ਬਣੀਏ, ਸੇਵਾ ਸਿਮਰਨ ਨਾਲ ਜੁੜੀਏ ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖ ਕੇ ਨਿਵਾਜਣ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ। ਬੜੇ ਪਿਆਰ ਸਤਿਕਾਰ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਤੋਂ ਨਿਵਾਜੇ ਹੋਏ ਗੁਰੂ ਘਰ ਦੇ ਪਿਆਰਿਆਂ ਪਾਸੋਂ ਬੜੇ ਪਿਆਰ ਸਤਿਕਾਰ ਨਾਲ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕਰਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।